ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਬਾਣੀ ਆਨੰਦ, ਜੋ ਰਾਮਕਲੀ ਰਾਗ ਵਿੱਚ ਦਰਜ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 917 ਤੋਂ ਆਰੰਭ ਹੁੰਦੀ ਹੈ, ਜਿਸ ਦੀਆਂ ਕੁੱਲ 40 ਪੌੜੀਆਂ ਹਨ। ਪੌੜੀ ਵਾਈਜ਼ ਵਿਚਾਰ ਅਸੀਂ ਪਿਛਲੀਆਂ ਵਿਚਾਰਾਂ ਰਾਹੀਂ ਕਰ ਚੁੱਕੇ ਹਾਂ। ਪਿਛਲੇ 2 ਹਫ਼ਤਿਆਂ ਤੋਂ ਅਸੀਂ ਇਸ ਬਾਣੀ ਦੀ ਸਮਰੀ ਸਾਰ, ਜੋ ਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ, ਉਹ ਸਰਵਣ ਕਰ ਰਹੇ ਹਾਂ। ਇਹ ਵਿਚਾਰਾਂ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਬੇਨਤੀ ਕਰ ਰਿਹਾ ਹਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਅੱਜ ਜੋ ਪਿਛਲੇ ਹਫ਼ਤੇ ਅਸੀਂ ਜਿੱਥੋਂ ਛੱਡਿਆ ਸੀ, ਉਸ ਤੋਂ ਅਗਲੀ ਵਿਚਾਰ ਹੈ ਗੁਰੂ ਕਾ ਸ਼ਬਦ ਤਨ ਹੈ ਹੀਰੇ ਜਗ ਜੜਾਓ। ਇਸ ਪਾਵਨ ਸ਼ਬਦ ਤੋਂ, ਪਾਵਨ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। 25ਵੀਂ ਪੌੜੀ ਤੋਂ 24 ਪੌੜੀਆਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਪਿਆਰਿਓ, ਜਿਵੇਂ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਅਸੀਂ ਪਿਛਲੇ ਹਫ਼ਤੇ ਤੱਕ 24 ਪੌੜੀਆਂ ਦੀ ਸੰਖੇਪ ਵਿਚਾਰ ਕਰ ਚੁੱਕੇ ਹਾਂ। ਅੱਜ ਜਿਸ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ, ਉਹ ਆਪ ਜੀ ਦੇ ਸਾਹਮਣੇ ਹੈ। ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਆਓ ਇੱਕ ਵਾਰੀ ਇਸ ਪੌੜੀ ਦਾ ਪਾਠ ਕਰ ਲਈਏ ਜੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ 부ਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਇਸ ਤੋਂ ਪਹਿਲੀਆਂ 2 ਪੌੜੀਆਂ ਜਿਨ੍ਹਾਂ ਦੀ ਆਪਾਂ ਵਿਚਾਰ ਪਿਛਲੀ ਵਾਰੀ ਕੀਤੀ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਵਿਸ਼ਾ ਆਰੰਭ ਕੀਤਾ ਸੀ ਸੱਚੀ ਬਾਣੀ ਤੇ ਕੱਚੀ ਬਾਣੀ। ਇਹ 2 ਦੇ ਬਾਰੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀ। ਅਸਲ ਵਿੱਚ ਮਨੁੱਖ ਦਾ ਜਦੋਂ ਜੀਵਨ, ਆਪਣਾ ਜੋ ਅਸਲੀ ਰਸਤਾ ਹੈ, ਜਿਹਨੂੰ ਆਪਾਂ ਕਹੀਏ ਕਿ ਗਾਡੀ ਰਾਹ ਹੈ, ਉਹਦੇ ਤੋਂ ਥੜਕਦਾ ਹੈ, ਉਹ ਜਿਹੜੇ ਪੈ ਜਾਂਦਾ ਹੈ, ਤਾਂ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਮਨੁੱਖ ਦਾ ਕਰਤੇ ਨੂੰ ਛੱਡ ਕੇ ਕਿਰਤ ਵੱਲ ਜੁੜ ਜਾਣਾ। ਜਦੋਂ ਤੱਕ ਮਨੁੱਖ ਕਰਤੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਉਦੋਂ ਤੱਕ ਮਨੁੱਖ ਦੀ ਜੋ ਜੀਵਨ ਮਨੋਰਥ ਹੈ, ਉਹਦੀ ਪ੍ਰਾਪਤੀ ਵੱਲ ਕਦਮ ਚੱਲਦੇ ਰਹਿੰਦੇ ਹਨ। ਪਰ ਜਦੋਂ ਸਾਡਾ ਚਿੱਤ ਕਰਤੇ ਤੋਂ ਉਖੜ ਕੇ ਕਿਰਤ ਵੱਲ ਲੱਗ ਗਿਆ, ਇਹ ਕਿਰਤ ਹੈ ਨਾਸ਼ਮਾਨ ਹੈ, ਪਰ ਬੜੀ ਖੂਬਸੂਰਤ ਹੈ, ਦਿਲ ਖਿੱਚਵੀਂ ਹੈ। ਤੇ ਜਦੋਂ ਸਾਡਾ ਇਹਦੇ ਵੱਲ ਪੂਰੀ ਤਰ੍ਹਾਂ ਚਿੱਤ ਲੱਗ ਜਾਂਦਾ ਹੈ, ਤੇ ਕਰਤੇ ਵੱਲੋਂ ਉਖੜ ਜਾਂਦਾ। ਇਹ ਕਿਰਤ ਜਿਹੜੀ ਹੈ, ਉਹ ਜੋ ਸਾਡੀ ਮਦਦਗਾਰ ਸੀ, ਫਿਰ ਮਾਇਆ ਦਾ ਰੂਪ ਲੈ ਜਾਂਦੀ ਹੈ। ਫਿਰ ਇਹਦੀ ਪਕੜ ਮਜ਼ਬੂਤ ਹੋਈ ਜਾਂਦੀ ਹੈ। ਮਾਇਆ ਦੀ ਪਕੜ, ਵਿਕਾਰਾਂ ਦੀ ਪਕੜ,
ਇਹਦੀ ਪਕੜ ਵਿੱਚ ਫਸ ਜਾਂਦੇ ਹਾਂ ਤੇ ਇਹਦੇ ਤੋਂ ਮੁਕਤੀ ਖਲਾਸੀ ਪ੍ਰਾਪਤ ਕਰਨੀ ਜਿਹੜੀ ਹੈ ਉਹ ਮੁਸ਼ਕਲ ਹੋ ਜਾਂਦੀ ਹੈ। ਤੇ ਜੇ ਚੰਗੇ ਭਾਗ ਨਾ ਹੋਣ ਤਾਂ ਜੀਵਨ ਇਹਦੇ ਵਿੱਚ ਫਸ ਕੇ ਹੀ ਅਜਾਈ ਗਵਾਚ ਜਾਂਦਾ ਹੈ। ਸਤਿਗੁਰੂ ਜੀ ਨੇ ਪਿਛਲੀਆਂ ਪੌੜੀਆਂ 'ਚ ਕਿਹਾ ਸੀ ਕਿ ਇੱਕ ਤਾਂ ਉਹ ਬਾਣੀ ਹੈ ਜੋ ਸਤ ਸਰੂਪ ਪ੍ਰਭੂ ਜੀ ਦੇ ਨਾਲ ਜੋੜਦੀ ਹੈ, ਉਹਨਾਂ ਦੇ ਗੁਣਾਂ ਨਾਲ ਜੋੜਦੀ ਹੈ, ਉਹਨਾਂ ਦੀ ਸਿਫਤ ਸਲਾਹ ਨਾਲ ਜੋੜਦੀ ਹੈ। ਤੇ ਅਜਿਹੀ ਬਾਣੀ ਦੀ ਨਿਸ਼ਾਨੀ ਵੀ ਸਤਿਗੁਰੂ ਜੀ ਨੇ ਸਾਨੂੰ ਦੱਸੀ ਸੀ ਕਿ ਇਹ ਜਿਹੜੀ ਬਾਣੀ ਹੈ, ਜਿਹੜੀ ਉਸ ਪ੍ਰਭੂ ਨਾਲ ਜੋੜਨ ਵਾਲੀ, ਇਹ ਗੁਰੂ ਕੇਰੀ ਹੈ। ਬਾਣੀ ਤਾਂ ਗਾਵੋ ਗੁਰੂ ਕੇਰੀ। ਔਰ ਇਹ ਸ਼੍ਰੋਮਣੀ ਬਾਣੀ ਸਤਿਗੁਰੂ ਜੀ ਨੇ ਕਿਹਾ ਸੀ ਬਾਣੀਆਂ ਸਿਰ ਬਾਣੀ। ਇੱਕ ਪਾਸੇ ਤਾਂ ਇਹ ਬਾਣੀ ਹੈ ਤੇ ਦੂਜੇ ਪਾਸੇ ਸਤਿਗੁਰੂ ਜੀ ਨੇ ਜਿਹੜਾ ਉਪਦੇਸ਼ ਦਿੱਤਾ ਸੀ ਕਿ ਇਸ ਦੇ ਉਲਟ ਉਹ ਬਾਣੀ ਹੈ ਜਿਹੜੀ ਪ੍ਰਭੂ ਨਾਲ ਨਾ ਜੋੜ ਕੇ ਸਾਨੂੰ ਕੱਚ ਨਾਲ ਜੋੜਦੀ ਹੈ ਔਰ ਸਾਨੂੰ ਜਿਹੜਾ ਹੈ ਉਹ ਜੀਵਨ ਦੇ ਜੋ ਗਾਡੀ ਰਾਹ ਉਹਦੇ ਤੋਂ ਥੜਕਾ ਦਿੰਦੀ ਹੈ। ਇਹ ਮਨ ਨੂੰ ਕਮਜ਼ੋਰ ਕਰਨ ਵਾਲੀ ਹੈ। ਮਨ ਨੂੰ ਕਮਜ਼ੋਰ ਕਰਕੇ ਗੱਲਾਂ ਭਾਵੇਂ ਰੱਬ ਦੀਆਂ ਵਾਹਿਗੁਰੂ ਦੀਆਂ ਬੰਦਾ ਕਰਦਾ ਰਹਿੰਦਾ ਹੈ, ਪਰ ਉਹ ਮੂੰਹ ਤੋਂ ਬੋਲਦਾ ਰਹਿੰਦਾ ਹੈ, ਰਸਨਾ ਤੋਂ ਬੋਲਦਾ ਰਹਿੰਦਾ, ਪਰ ਹਿਰਦੇ 'ਚ ਉਸ ਗੱਲ ਨੂੰ ਆਪ ਹੀ ਨਹੀਂ ਮੰਨਦਾ ਤੇ ਵਿਕਾਰਾਂ ਦੀ ਗੁਲਾਮੀ ਦੇ ਵਿੱਚ ਫਸਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਆਨੰਦ ਦੀ ਗੱਲ ਅਸੀਂ ਕਰੀਏ ਤਾਂ ਆਨੰਦ ਦੀ ਪ੍ਰਾਪਤੀ ਲਈ ਤੇ ਪ੍ਰਭੂ ਨਾਲ ਜੁੜਨਾ, ਪ੍ਰਭੂ ਦੀ ਸਿਫਤ ਸਲਾਹ ਨਾਲ ਜੁੜਨਾ, ਪ੍ਰਭੂ ਮਿਲਾਪ ਪ੍ਰਾਪਤ ਕਰਨਾ, ਇਹ ਹੀ ਆਨੰਦ ਹੈ। ਤੇ ਕੱਚੀ ਬਾਣੀ ਜਿਹੜੀ ਹੈ ਉਹ ਸਾਨੂੰ ਉਧਰ ਨਹੀਂ ਲੈ ਕੇ ਜਾਂਦੀ, ਉਧਰ ਸਿਰਫ ਸੱਚੀ ਬਾਣੀ ਲੈ ਕੇ ਜਾਂਦੀ ਹੈ। ਤੋ ਸਤਿਗੁਰੂ ਜੀ ਨੇ ਉਪਦੇਸ਼ ਜੋ ਅੰਤਲੀਆਂ ਪੰਕਤੀਆਂ ਦੇ ਵਿੱਚ ਦੋਹਾਂ ਪੌੜੀਆਂ ਦੇ ਵਿੱਚ ਦਿੱਤਾ ਸੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਦਾ ਗਾਵੋ ਸਤਿਗੁਰੂ ਜੀ ਨੇ ਕਿਹਾ ਸੀ, ਇਹਦੇ ਨਾਲ ਜੁੜੇ ਰਹੋ। ਤੇ ਨਾਲ ਹੀ ਵਾਰਨਿੰਗ ਦੇ ਦਿੱਤੀ ਸੀ ਕਿ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਾਡੇ ਸਿੱਖ ਹੋਣ ਦੇ ਨਾਤੇ ਸਾਨੂੰ ਸਤਿਗੁਰੂ ਜੀ ਨੇ ਥੰਬ ਰੂਲ ਦੇ ਦਿੱਤਾ ਕਿ ਬਸ ਇਸ ਗੱਲ ਨੂੰ, ਇੱਕ ਸਿੱਧੀ ਜਿਹੀ ਸਿੰਪਲ ਜਿਹੀ ਮੋਟੀ ਗੱਲ ਨੂੰ ਪੱਲੇ ਬੰਨ ਲਓ ਕਿ ਜਿਹੜੀ ਸਤਿਗੁਰੂ ਦੀ ਬਾਣੀ ਹੈ ਕੇਵਲ ਉਹੀ ਅਕਾਲ ਪੁਰਖ ਤੱਕ ਲਿਜਾਏਗੀ, ਹੋਰ ਕੁਝ ਨਹੀਂ ਲਿਜਾਏਗਾ। ਇੱਕ ਸਿੱਖ ਹੋਣ ਦੇ ਨਾਤੇ ਅਸੀਂ ਇਹ ਗੱਲ ਨੂੰ ਪੱਲੇ ਬੰਨਣਾ ਹੈ। ਇਹ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਸੀ। ਹੁਣ ਸਤਿਗੁਰੂ ਜੀ ਉਹ ਅਕਾਲ ਪੁਰਖ ਨਾਲ ਜੋੜਨ ਵਾਲੀ ਬਾਣੀ ਜਿਹੜੀ ਹੈ ਉਹਨੂੰ ਹੁਣ ਸਤਿਗੁਰੂ ਜੀ ਗੁਰ ਕਾ ਸ਼ਬਦ ਰਤਨ ਹੈ, ਇਸ ਪੌੜੀ ਦੇ ਵਿੱਚ ਉਹਦੇ ਨਾਲ ਜੁੜਨ ਦਾ ਅੱਗੇ ਉਪਦੇਸ਼ ਦੇ ਰਹੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਇੰਨੀ ਅਮੋਲਕ ਦਾਤ ਹੈ ਵੀ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਬਹੁਤ ਕੀਮਤੀ ਹੈ। ਇਉਂ ਸਮਝੋਗੇ ਇੱਕ ਬੜੀ ਅਮੋਲਕ ਵਸਤੂ ਦੇ ਵਿੱਚ, ਰਤਨ ਜੈਸੀ ਵਸਤੂ ਦੇ ਵਿੱਚ ਹੀਰੇ ਜੜੇ ਹੋ, ਭਾਵ ਕੀਮਤੀ ਤੋਂ ਵੀ ਬੇਸ਼ਕੀਮਤੀ ਜਿਹੜੀ ਚੀਜ਼ ਹੋਵੇ, ਉਹਦੇ ਨਾਲ ਸਤਿਗੁਰੂ ਜੀ ਨੇ ਇਹਨੂੰ ਮਤਲਬ ਸਾਨੂੰ ਸਮਝਾਇਆ ਹੈ ਕਿ ਇਹ ਉਸ ਕਿਸਮ ਦੀ ਬਾਣੀ ਇੰਨੀ ਕੀਮਤੀ ਹੈ ਕਿ ਅਸੀਂ ਇਹਦਾ ਮੁੱਲ ਨਹੀਂ ਪਾ ਸਕਦੇ। ਇਹ ਅਮੋਲਕ ਦਾਤ ਹੈ ਔਰ ਇਹਦੇ ਵਿੱਚ ਉਸ ਪ੍ਰਭੂ ਦੇ ਹੀਰੇ ਰੂਪੀ ਗੁਣ ਜਿਹੜੇ ਹਨ ਉਹ ਜੜੇ ਹੋਏ ਹੋਣ, ਭਾਵ ਇਹਦੇ ਵਿੱਚ ਭਰੇ ਹੋਏ ਹਨ। ਉਸ ਅਕਾਲ ਪੁਰਖ ਦੀ ਸਿਫਤ ਹੀ ਹੈ, ਇਹਦੇ ਵਿੱਚ ਹੋਰ ਕੁਝ ਹੋਰ ਨਹੀਂ। ਹੀਰੇ ਜਿਤ ਜੜਾ, ਤੇ ਜਿਹੜਾ ਇਸ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜੀ ਹੋਈ ਬਾਣੀ ਦੇ ਨਾਲ ਜੁੜ ਗਿਆ, ਇਹ ਜੋ ਰਤਨ ਹੈ, ਕੀਮਤੀ ਰਤਨ ਸ਼ਬਦ ਹੈ, ਬਾਣੀ ਹੈ, ਜਿਹਦਾ ਇਹਦੇ ਨਾਲ ਚਿੱਤ ਜੁੜ ਗਿਆ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਹੋਆ ਸਮਾਓ। ਸਮਾਓ ਭਾਵ ਉਹ ਲੀਨ ਹੋ ਜਾਂਦਾ ਹੈ ਉਸ ਪ੍ਰਭੂ ਦੇ ਵਿੱਚ, ਪ੍ਰਭੂ ਦੇ ਗੁਣਾਂ ਵਿੱਚ ਲੀਨ ਹੋ ਜਾਂਦਾ ਹੈ ਕਿ ਪ੍ਰਭੂ ਦੇ ਗੁਣਾਂ ਦੇ ਵਿੱਚ ਲੀਨ ਹੋ ਕੇ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਬਾਣੀ ਦੀ ਸਾਨੂੰ ਸਿਫਤ ਦੱਸ ਰਹੇ ਹਨ ਕਿ ਇਹ ਬਾਣੀ ਅਮੋਲਕ ਹੈ, ਇਹ ਪ੍ਰਭੂ ਦੇ ਵਿੱਚ ਲੀਨ ਕਰਦੀ ਹੈ। ਪ੍ਰਭੂ ਦੇ ਲਈ ਅਥਾਹ ਪ੍ਰੇਮ ਜਿਹੜਾ ਹੈ ਉਹ ਮਨ ਦੇ ਵਿੱਚ ਪੈਦਾ ਕਰਦੀ ਹੈ, ਸੱਚਾ ਲਾਇਆ ਪਾ। ਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਫਿਰ ਐਸਾ ਹੀਰਾ ਰਤਨ ਜੋ ਜਿਸ ਵਿੱਚ ਹੀਰੇ ਜੜੇ ਹੋਏ ਹਨ, ਇਹ ਪ੍ਰਾਪਤ ਕਿਸ ਨੂੰ ਹੁੰਦੀ ਹੈ? ਜਿਸ ਨੂੰ ਦੇਹ ਬੁਝਾਏ ਇਸ ਪ੍ਰਭੂ ਦੀ, ਇਹ ਪ੍ਰਭੂ ਦੀ ਕਿਰਪਾ ਦੇ ਨਾਲ ਹੀ, ਦੇਹ ਭਾਵ ਉਹਦੀ ਦਾਤ ਹੈ। ਇਹ ਸਮਝ ਵੀ ਜਿਹੜੀ ਹੈ ਕਿ ਅਸੀਂ ਇਸ ਬਾਣੀ ਦੇ ਨਾਲ ਜੁੜਨਾ ਹੈ ਔਰ ਇਸ ਬਾਣੀ ਦੇ ਵਿੱਚ ਜੋ ਮੱਤ ਦਿੱਤੀ ਗਈ ਹੈ ਉਹਦੇ ਨਾਲ ਜੁੜਨ ਦੀ ਜਿਹੜੀ ਗੱਲ ਹੈ, ਸਤਿਗੁਰੂ ਕਹਿ ਰਹੇ ਹਨ
ਆਪ ਜਿਸ ਨੂੰ ਦੇ ਬੁਝਾਏ। ਜਿਹੜਾ ਉਹ ਪ੍ਰਭੂ ਹੈ ਉਹ ਆਪ ਕਿਰਪਾ ਕਰਕੇ ਜਿਹਨੂੰ ਇਹ ਦਾਤ ਬਖਸ਼ਦਾ ਹੈ ਉਸੇ ਨੂੰ ਹੀ ਇਹ ਪ੍ਰਾਪਤ ਹੁੰਦੀ ਹੈ। ਤਾਂ ਭਾਵ ਇਹ ਹੈ ਕਿ ਜੇ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜਨਾ ਹੈ, ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਸ ਬਾਣੀ ਦੇ ਵਿੱਚ ਮਨ ਨੂੰ ਟਿਕਾ ਲੈਣਾ। ਜਿਹਦਾ ਇਸ ਬਾਣੀ ਦੇ ਵਿੱਚ ਮਨ ਟਿਕ ਗਿਆ, ਸ਼ਬਦ ਸੇਤੀ ਮਨ ਮਿਲਿਆ, ਉਹਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਏਗਾ, ਕਿਉਂਕਿ ਇਸ ਬਾਣੀ ਦੇ ਵਿੱਚ ਪ੍ਰਭੂ ਦੇ ਪਿਆਰ ਤੋਂ ਇਲਾਵਾ ਤਾਂ ਹੋਰ ਕੁਝ ਹੈ ਹੀ ਨਹੀਂ। ਕੇਵਲ ਪ੍ਰਭੂ ਪਿਆਰ ਹੀ ਤਾਂ ਹੈ। ਇਸ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ, ਉਹਦੇ ਗੁਣ ਗਾਉਣ ਦੀ ਗੱਲ ਹੀ ਤਾਂ ਹੈ। ਇਹ ਹਰ ਪਾਸਿਓਂ, ਜਿਸ ਪਾਸਿਓਂ ਵੀ ਅਸੀਂ ਨਜ਼ਰ ਮਾਰ ਲਈਏ, ਇਹ ਉਹਦੇ ਨਾਲ ਹੀ ਜੋੜਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਬਾਣੀ ਹੈ ਇਹ ਅਮੋਲਕ ਰਤਨ ਹੈ, ਹੀਰਿਆਂ ਜੜਿਆ ਰਤਨ ਹੈ। ਇਹਦੇ ਵਿੱਚ ਮਨ ਟਿਕਾਓ। ਇਹਦੇ ਵਿੱਚ ਮਨ ਟਿਕਾਣਾ ਬਣਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹਦੇ ਵਿੱਚ ਮਨ ਟਿਕਾਓ ਤਾਂ ਕਿ ਅਸੀਂ ਉਸ ਪ੍ਰਭੂ ਦੇ ਗੁਣਾਂ ਨਾਲ ਜੁੜ ਕੇ, ਪ੍ਰਭੂ ਦੇ ਨਾਲ ਜੁੜ ਕੇ ਅਸੀਂ ਉਸ ਆਨੰਦ ਦੀ ਪ੍ਰਾਪਤੀ ਕਰ ਸਕੀਏ, ਜਿਸ ਆਨੰਦ ਦੀ ਪ੍ਰਾਪਤੀ ਦੇ ਵਿੱਚ ਅਸੀਂ ਇਹ ਜੀਵਨ ਬਿਤਾ ਰਹੇ ਹਾਂ, ਉਹਦੀ ਭਾਲ ਦੇ ਵਿੱਚ ਸਾਡਾ ਜੀਵਨ ਬੀਤ ਰਿਹਾ ਹੈ। ਹੁਣ ਸਤਿਗੁਰੂ ਜੀ ਨੇ ਅੱਗੇ ਜਿਹੜੀਆਂ 2 ਪੌੜੀਆਂ ਹਨ, 26ਵੀਂ ਤੇ 27ਵੀਂ, ਹੁਣ ਸਤਿਗੁਰੂ ਜੀ ਨੇ ਉਹਦੇ ਵਿੱਚ ਸਾਨੂੰ, ਹੈ ਤਾਂ ਵਿਸ਼ਾ ਇਹੀ, ਪਰ ਸਤਿਗੁਰੂ ਜੀ ਨੇ ਜੋ ਗੱਲਾਂ ਸਾਨੂੰ ਸਮਝਾਈਆਂ ਹਨ ਉਹ ਕਮਾਲ ਹਨ ਕਿ ਸਾਨੂੰ ਸਾਡੇ ਜੋ ਮਨ ਦੇ ਵਿੱਚ ਸ਼ੰਕੇ ਪੈਦਾ ਹੋ ਸਕਦੇ ਹਨ, ਉਹ ਸਤਿਗੁਰੂ ਜੀ ਨੇ ਉਹ ਦ੍ਰਿੜ ਕਰਾ ਦਿੱਤੇ ਕਿ ਭਾਈ ਅਸੀਂ ਕਰਨਾ ਕੀ ਹੈ। ਤਾਂ ਆਓ ਪਹਿਲਾਂ ਇਹਨਾਂ 2 ਪੌੜੀਆਂ ਦਾ ਇੱਕੋ ਵਾਰੀ ਇਕੱਠੇ ਪਾਠ ਕਰ ਲਈਏ। शिव शक्त आप उपाय कह करता आपे हुक्म वर्ताए, हुक्म वर्ताए आप वेखै गुरमुख किसै बुझाए, तोड़े बंधन होवे मुक्त शब्द मन वसाए, गुरमुख जिसनो आप करे सो होवे एक स्यों लिवलाए, कहे नानक आप करता आपे हुक्म बुझाए। सिमरत शास्त्र पुन पाप विचार दे ततै सार ना जानी, ततै सार ना जानी गुरु बाझों ततै सार ना जानी, यही गुणी संसार भ्रम सुता सुत्या रहन विहानी, गुर कृपा ते सेजन जागे जिन्ना हर मन वसया, बोले अमृत बाणी कहे नानक सो तत पाए, जिसनों अन दिन हल लिव लागै जागत रहन। ਹੁਣ ਸਤਿਗੁਰੂ ਜੀ ਨੇ ਕਿਹਾ ਕਿ ਇਹ ਜੋ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਹੈ, ਉਹਦੇ ਵਿੱਚ ਮਨ ਜੋੜਿਆ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਵ, ਪ੍ਰਭੂ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਮਨ ਪ੍ਰਭੂ ਦੇ ਪ੍ਰੇਮ ਦੇ ਵਿੱਚ ਗੜੂੰਦ ਹੋ ਜਾਂਦਾ ਹੈ। ਪ੍ਰਭੂ ਪ੍ਰੇਮ ਮਨ ਦੇ ਵਿੱਚ ਭਰ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਹੁਣ ਅੱਗੇ ਸਾਨੂੰ ਜੋ 2 ਪੌੜੀਆਂ ਦੇ ਵਿੱਚ ਉਹ ਕਲੈਰਿਟੀ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਅਸੀਂ ਭੁਲੇਖੇ 'ਚ ਪੈ ਸਕਦੇ ਹਾਂ। ਇੱਥੇ ਜੋ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਸ਼ਿਵ ਸ਼ਕਤ, ਸ਼ਿਵ ਸ਼ਕਤ ਦਾ ਅਰਥ ਹੈ, ਜੋ ਇਸ ਬਾਣੀ ਦੇ ਵਿਸ਼ੇ ਦੇ ਮੁਤਾਬਕ ਅਰਥ ਬਣਦਾ ਹੈ, ਸ਼ਿਵ ਦਾ ਅਰਥ ਹੈ ਜੀਵ ਆਤਮਾ, ਤੇ ਸ਼ਕਤ ਦਾ ਅਰਥ ਹੈ ਇਹ ਰਚਨਾ ਜਿਸ ਨੂੰ ਮਾਇਆ ਕਿਹਾ ਗਿਆ। तो सतगुरु जी कहते हैं कि शिव शक्त आप उपाय कह करता आपे हुक्म वर्ताए, भाव जीव आत्मा ते ये जो रचना है माया है, ये उस अकाल पुरख ने उपाई है पैदा की है। ते ये जो माया दे विच फसन दा गड़तान होण दा ये जो हुक्म है ये भी अकाल पुरख दा ही वरताया होया, किसी होर दा वरताया होया नहीं है। पर सतगुरु जी ने जिवें अगे आपां जिक्र कीता सी, इत्थे शब्द वरते हैं शिव शक्त। तो शिव शक्त जो शब्द वरते गए हैं, इन्हां दे वरतन दे पिछे भी एक रमज है। शिव एक देवते का नाम है। सतगुरु जी ने शिव शब्द दे राही जीव आत्मा किया है। शायद सतगुरु जी सानू यही समझाना चाहते हैं कि ये जो देवी देवते हैं ये भी अकाल पुरख दियां बनाईयां हुईयां जीव आत्मा दे ही तुल हैं।
ਦੇਵਤਿਆਂ ਦੇ ਪੁਜਾਰੀ ਵੀ ਹੁੰਦੇ ਹਨ ਤੇ ਸ਼ਕਤੀ ਦੇ ਪੁਜਾਰੀ ਵੀ ਹੁੰਦੇ ਹਨ। ਤੇ ਸਤਿਗੁਰੂ ਜੀ ਸ਼ਕਤੀ ਉਸ ਨੂੰ ਮਾਇਆ ਦੇ ਨਾਲ ਤੁਲਨਾ ਦੇ ਕੇ ਸਮਝਾ ਰਹੇ ਹਨ ਕਿ ਸ਼ਕਤੀ ਦੇ ਪੁਜਾਰੀ ਜਿਹੜੇ ਹਨ ਉਹ ਸ਼ਕਤੀ ਨੂੰ ਬਹੁਤ ਵੱਡਾ ਮੰਨਦੇ ਹਨ, ਪਰ ਇਹ ਵੀ ਉਸ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ, ਇਹ ਵੀ ਉਸ ਅਕਾਲ ਪੁਰਖ ਦੀਆਂ ਹੀ ਬਣਾਈਆਂ ਹੋਈਆਂ ਸ਼ਕਤੀਆਂ। ਸੋ ਪ੍ਰਭੂ ਤੋਂ ਹੇਠਲੇ ਕਿਸੇ ਵੀ ਦਰਜੇ ਦੀਆਂ ਅਸੀਂ ਕੋਈ ਵੀ ਮਹਾਨ ਮੰਨੀਆਂ ਜਾਂਦੀਆਂ ਹਸਤੀਆਂ ਜਾਂ ਸ਼ਕਤੀਆਂ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਤਾਂ ਅਸੀਂ ਇੱਕ ਐਸਾ ਕੰਪਰੋਮਾਈਜ਼ ਕਰ ਰਹੇ ਹੁੰਦੇ ਹਾਂ ਕਿ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਹੈ ਕਿ ਵੀ ਆਪੇ ਹੁਕਮ ਵਰਤਾਏ, ਜਿਹੜਾ ਉਹਦਾ ਹੁਕਮ ਹੈ ਇਹਨਾਂ ਵਿੱਚ ਗਲਤਾਨ ਹੋਣ ਦਾ ਮਾਇਆ ਵਿੱਚ, ਉਹਦੇ ਤੁੱਲ ਹੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਕਮ ਵਰਤਾਏ ਆਪ ਵੇਖੈ, ਉਸੇ ਨੇ ਹੀ ਵਰਤਾਇਆ ਹੈ, ਪਰ ਗੁਰਮੁਖ ਕਿਸੇ ਬੁਝਾਏ। ਪਰ ਇਹ ਕਿਸੇ ਨੂੰ ਹੀ ਅਕਾਲ ਪੁਰਖ ਜੋ ਹੈ ਉਹ ਬੁਝਾਉਂਦਾ ਹੈ। ਹੁਕਮ ਦਾ ਅਰਥ ਇੱਥੇ ਸਿਰਫ ਹੁਕਮ ਆਰਡਰ ਦਾ ਨਹੀਂ ਹੈ। ਇਹ ਜੋ ਸਿਸਟਮ ਬਣਿਆ ਹੋਇਆ ਹੈ ਅਕਾਲ ਪੁਰਖ ਨੇ ਬਣਾਇਆ ਹੈ, ਜਿਸ ਦੇ ਹੁਕਮ ਦੇ ਵਿੱਚ ਇਹ ਜਗਤ ਵਰਤ ਰਿਹਾ ਹੈ, ਇਹਦੀ ਜੋ ਕਾਰ ਚੱਲ ਰਹੀ ਹੈ, ਉਹਦੇ ਵਿੱਚ ਜੋ ਸਤਿਗੁਰੂ ਜੀ ਕਹਿ ਰਹੇ ਹਨ ਉਸ ਹੁਕਮ ਦੇ ਵਿੱਚ ਇਹ ਜੀਵ ਆਤਮਾਵਾਂ ਤੇ ਇਹ ਮਾਇਆ ਦੀ ਜੋ ਰਚਨਾ ਹੈ ਇਹਦੇ ਵਿੱਚ ਮਨੁੱਖ ਫਸਿਆ ਹੋਇਆ ਹੈ। ਇਹ ਜੀਵ ਆਤਮਾਵਾਂ ਉਹਦੇ ਵਿੱਚ ਹੀ ਫਸੀਆਂ ਹੋਈਆਂ ਹਨ ਤੇ ਇਹ ਹੁਕਮ ਵੀ ਉਸੇ ਦਾ ਹੀ ਵਰਤਾਇਆ ਹੋਇਆ ਹੈ, ਕਿਸੇ ਹੋਰ ਦਾ ਵਰਤਾਇਆ ਹੋਇਆ ਨਹੀਂ ਹੈ। ਮਤਾ ਇਹ ਸਮਝ ਲਈਏ ਵੀ ਇਹ ਰਚਨਾ ਅਕਾਲ ਪੁਰਖ ਨੇ ਬਣਾ ਦਿੱਤੀ ਤੇ ਇਹ ਪੁੱਠੇ ਪਾਸੇ ਚਲਾਉਣ ਦੇ ਲਈ ਕੋਈ ਹੋਰ ਸ਼ਕਤੀ ਬਣਾ ਦਿੱਤੀ, ਨਹੀਂ, ਇਹ ਵੀ ਉਸ ਅਕਾਲ ਪੁਰਖ ਦਾ ਹੀ ਹੁਕਮ ਹੈ। ਪਰ ਇਹ ਸੂਝ ਬੂਝ ਜੋ ਹੈ, ਇਹ ਮਤ ਜੋ ਹੈ, ਇਹ ਗੁਰਮੁਖ ਕਿਸੇ ਬੁਝਾਏ, ਇਹ ਕਿਸੇ ਨੂੰ ਹੀ ਗੁਰੂ ਦੇ ਚਰਨਾਂ ਨਾਲ ਲਗਾ ਕੇ ਇਹ ਮਤ ਜਿਹੜੀ ਹੈ ਉਹ ਸਤਿਗੁਰੂ ਕਹਿੰਦੇ ਹਨ ਉਹ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਪ੍ਰਭੂ ਦਾ ਹੀ ਸਿਸਟਮ ਹੈ, ਪਰ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਇਹ ਗੱਲ ਸਮਝ ਆਉਂਦੀ। ਤੇ ਜਿਹਨੂੰ ਇਹ ਸਮਝ ਆ ਜਾਂਦੀ ਹੈ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਜਿਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇਹ ਮਾਇਆ ਵਰਤ ਰਹੀ ਹੈ, ਉਹਨੂੰ ਇਹ ਗੱਲ ਸਮਝ ਲੱਗ ਗਈ ਤੇ ਸ਼ਬਦ ਮਨ ਦੇ ਵਿੱਚ ਵਸ ਗਿਆ ਤੇ ਫਿਰ ਇਸ ਮਾਇਆ ਦੇ ਬੰਧਨ ਜਿਹੜਾ ਹੁਕਮ ਵਰਤਾਏ ਸੀ ਉਹਦੇ ਤੋਂ ਮੁਕਤੀ ਪ੍ਰਾਪਤ ਹੋ ਗਈ। ਬੰਧਨ ਟੁੱਟ ਜਾਂਦੇ ਹਨ, ਮਾਇਆ ਤੇ ਵਿਕਾਰਾਂ ਤੋਂ ਮੁਕਤੀ ਮਿਲ ਜਾਂਦੀ ਹੈ, ਸ਼ਬਦ ਵਿੱਚ ਚਿੱਤ ਜੁੜ ਜਾਂਦਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ। ਜਦੋਂ ਮਾਇਆ ਦੇ ਬੰਧਨ ਟੁੱਟੇ ਤਾਂ ਫਿਰ ਇੱਕ ਸਿਉ ਲਿਵਲਾਏ। ਪਰ ਇਹ ਸਾਰੀ ਖੇਡ ਜਿਹੜੀ ਹੈ ਸਤਿਗੁਰੂ ਜੀ ਕਹਿ ਰਹੇ ਹਨ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਆਪੇ ਹੁਕਮ ਵਰਤਾਏ ਤੇ ਆਪੇ ਹੀ ਹੁਕਮ ਬੁਝਾਏ। ਇਹ ਉਸੇ ਦੀ ਹੀ ਵਰਤਾਈ ਹੋਈ ਖੇਡ ਹੈ ਤੇ ਉਸੇ ਦੀ ਹੀ ਦਿੱਤੀ ਹੋਈ ਸੂਝ ਹੈ। ਉਹਦੀ ਕਿਰਪਾ ਦੇ ਨਾਲ ਹੀ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਇਹ ਜਗਤ ਦੀ ਖੇਡ ਕਿਸ ਤਰ੍ਹਾਂ, ਜੀਵ ਆਤਮਾਵਾਂ ਦੀ, ਮਾਇਆ ਦੀ, ਇਸ ਜਗਤ ਦੀ ਖੇਡ ਵਰਤ ਕਿਸ ਤਰ੍ਹਾਂ ਰਹੀ ਹੈ। तो सतगुरु जी कह रहे हैं कि इस तो अगर मुक्ति प्राप्त करनी है तो सतगुरु जी ने सानू इशारे दे नाल बड़े अछोपले जे गल समझा दी कि ये शिव ते शक्ति दे पिछे लगिया एक खेड नहीं, ये केवल गुरमुख किसे बुझाए गुरु दी मत ग्रहण कीतिया ही ये खेड दे जिहड़े बंधन हैं वो टुट सकते हैं। तो सतगुरु जी अगे कह रहे हैं कि हुण बुझाए दी अवस्था जिहड़ी है ये आएगी किस तरह। दूजी पौड़ी सतगुरु जी ਸਾਨੂੰ ਇੱਕ ਮਤਲਬ ਜਿਹੜੇ ਸਾਡੇ ਮਨਾਂ ਦੇ ਵਿੱਚ ਭੁਲੇਖਾ ਹੁੰਦਾ ਹੈ, ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਚੰਗੇ ਕੰਮ ਕਰੀਏ। ਆਮ ਅਸੀਂ ਸੁਣਦੇ ਵੀ ਹਾਂ ਕਿ ਭਾਈ ਧਰਮ ਕੀ ਹੈ, ਬਾਕੀ ਗੱਲਾਂ ਛੱਡੋ, ਬੰਦੇ ਦੇ ਕਰਮ ਚੰਗੇ ਹੋਣੇ ਚਾਹੀਦੇ, ਮਾੜੇ ਕਰਮ ਨਹੀਂ ਕਰਨੇ ਚਾਹੀਦੇ। ਤੇ ਸਤਿਗੁਰੂ ਜੀ ਕੀ ਸਿਰਫ ਪੁੰਨ ਤੇ ਪਾਪ ਦੀ, ਚੰਗੇ ਮਾੜੇ ਕਰਮਾਂ ਦੀ ਸੋਝੀ ਪ੍ਰਾਪਤ ਕਰਕੇ ਇਹ ਸਾਰੀ ਜੋ ਖੇਡ ਹੈ ਇਹਨੂੰ ਇਹ ਬੁਝਾਏ ਵਾਲੀ ਅਵਸਥਾ ਤੱਕ ਪਹੁੰਚ ਸਕਦੇ ਹਾਂ। ਹੁਣ ਸਤਿਗੁਰੂ ਜੀ ਉਹਦਾ ਨਿਬੇੜਾ ਅੱਗੇ ਕਰ ਰਹੇ ਹਨ। सतगुरु जी कह रहे हैं कि की एक सिर्फ पुन पाप की खेड है। सतगुरु जी कहते हैं नहीं, ये सोझी जो है पुन ते पाप की सोझी है, ये तत्त वस्तु की सोझी नहीं है। एक सवाल भी आया सी कि तत्तै दा की भाव है, तत्तै सार ना जानी। तो तत्तै तत्त का अर्थ है कि मनुखा जीवन का जो मनोरथ है उहदे ते तोरन वाला जिहड़ा रस्ता है, भाव प्रभु मिलाप ते तुरन वाला रस्ता है, जिन्हों इत्थे इस बाणी दे विच आनंद की गल कही गई है
ਤੋ ਸਤਿਗੁਰੂ ਜੀ ਕਹਿ ਰਹੇ ਹਨ ਕਿ ਕੀ ਸਿਰਫ ਪੁੰਨ ਤੇ ਪਾਪ ਦੀ ਵਿਚਾਰ ਕਰ ਲੈਣ ਦੇ ਨਾਲ, ਜਿਹੜੀ ਕਿ ਸਿਮਰਤੀਆਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਹੈ, ਕਿ ਉਹਦੇ ਨਾਲ ਹੀ ਖੇਡ ਬਣ ਜਾਏਗੀ? ਸਤਿਗੁਰੂ ਜੀ ਕਹਿੰਦੇ ਹਨ ਤੱਤਾ ਸਾਰ ਨਾ ਜਾਣੇ। ਇਹ ਪ੍ਰਭੂ ਮਿਲਾਪ ਦਾ ਰਸਤਾ ਨਹੀਂ ਹੈ, ਕੇਵਲ ਪੁੰਨ ਪਾਪ ਦੀ ਸੋਝੀ। ਇਹ ਆਨੰਦ ਦੀ ਦਾਤ ਤੱਕ ਪਹੁੰਚਣ ਦਾ ਰਸਤਾ ਵੀ ਨਹੀਂ ਹੈ। ਤਾਂ ਫਿਰ ਰਸਤਾ ਕੀ ਹੈ? ਅੱਗੇ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਸਾਡੇ ਵਾਸਤੇ ਤਾਂ ਇਹੀ ਉਪਦੇਸ਼ ਇੱਕ ਪੰਕਤੀ ਦੇ ਵਿੱਚ ਜਿਹੜਾ ਹੈ ਨਾ, ਉਹ ਬਿਲਕੁਲ ਕਲੀਅਰ ਹੋ ਗਿਆ ਕਿ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਅਗਰ ਅਸੀਂ ਪੁੰਨ ਪਾਪ ਦੀ ਵਿਚਾਰ ਕਰ ਵੀ ਲਈ, ਤਾਂ ਉਹ ਪੁੰਨ ਪਾਪ ਦੀ ਵਿਚਾਰ ਕਰਨ ਤੋਂ ਬਾਅਦ ਵੀ ਸਾਡੀ ਅਵਸਥਾ ਇਹੀ ਰਹਿਣੀ ਹੈ, ਤਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵੇ ਹਨ। ਭਾਵ ਉਹ ਵੀ ਮਾਇਆ ਦੇ ਵਿੱਚ ਫਸੇ ਰਹਿਣ ਤੋਂ ਉੱਪਰ ਲੈ ਕੇ ਨਹੀਂ ਜਾਣ ਵਾਲੀ ਗੱਲ ਹੈ। ਤੇਹੀ ਗੁਣੀ ਦਾ ਭਾਵ ਇਹ ਤਿੰਨਾਂ ਗੁਣਾਂ ਦੀ ਜੋ ਵਿਚਾਰ ਹੈ ਲੰਬੀ ਚੌੜੀ, ਆਪਾਂ ਉਹਨੂੰ ਛੱਡਦੇ ਹੀ ਹੈ। ਤੇਹੀ ਗੁਣੀ ਦਾ ਭਾਵ ਹੈ ਕਿ ਤਿੰਨਾਂ ਗੁਣਾਂ ਦੀ ਮਾਇਆ ਮੰਨੀ ਗਈ ਹੈ। ਤੋ ਭਾਵ ਮਾਇਆ ਦੇ ਭਰਮ ਦੇ ਵਿੱਚ ਸੰਸਾਰ ਸੁੱਤਾ ਹੈ, ਤੇ ਸੁੱਤਿਆਂ ਹੀ ਰਹਿਣ ਇਹ ਉਮਰ ਜੋ ਹੈ ਇਹ ਲੰਘ ਜਾਣੀ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਸੁੱਤਿਆਂ ਹੀ ਇਹ ਲੰਘ ਜਾਣੀ ਹੈ ਸਾਰੀ ਜ਼ਿੰਦਗੀ, ਤਾਂ ਗੁਰ ਕਿਰਪਾ ਤੇ ਸੇ ਜਨ ਜਾਗੇ। ਜਾਗਦਾ ਕੌਣ ਹੈ? ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਕਿਸ ਤਰ੍ਹਾਂ ਹੁੰਦੀ? ਜਿਹੜਾ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਤੇ ਜੇ ਗੁਰੂ ਦੇ ਉਪਦੇਸ਼ ਉੱਤੇ ਚੱਲਾਂਗੇ ਤਾਂ ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਭਾਵ ਜੇ ਤਤ ਵਸਤੂ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਬੋਲੇ ਅੰਮ੍ਰਿਤ ਬਾਣੀ ਦੀ, ਉਹਦੇ ਵੱਲ ਤੁਰਨਾ ਪਏਗਾ। ਇਹ ਸਤਿਗੁਰੂ ਦੀ ਸੱਚੀ ਬਾਣੀ, ਉਹਦੇ ਨਾਲ ਜੁੜਨਾ ਪਏਗਾ, ਉਹਦਾ ਉਪਦੇਸ਼ ਗ੍ਰਹਿਣ ਕਰਨਾ ਪਏਗਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੇ। ਇਸ ਅੰਮ੍ਰਿਤ ਬਾਣੀ ਦੇ ਨਾਲ ਜੁੜਨ ਦਾ, ਦਿਨ ਰਾਤ ਸਦਾ ਜੁੜਨ ਦੇ ਨਾਲ, ਕਿਹੜੀ ਬਾਣੀ? ਜਿਹਨੂੰ ਸੱਚੀ ਬਾਣੀ ਕਿਹਾ ਹੈ, ਜਿਹਨੂੰ ਸਤਿਗੁਰੂ ਜੀ ਨੇ ਗੁਰੂ ਕੇਰੀ ਬਾਣੀ ਕਿਹਾ ਹੈ, ਜਿਹਨੂੰ ਸਤਿਗੁਰੂ ਜੀ ਨੇ ਬਾਣੀਆਂ ਸਿਰ ਬਾਣੀ ਕਿਹਾ ਹੈ। ਹੁਣ ਬਾਣੀਆਂ ਸਿਰ ਬਾਣੀ ਦਾ ਮਤਲਬ ਇਹ ਸਪਸ਼ਟ ਹੋ ਗਿਆ ਕਿ ਜਿਹੜਾ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਗੱਲ ਕਰ ਰਹੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਸਿਮਰਤੀਆਂ ਤੇ ਸ਼ਾਸਤਰ ਜਿਹੜੇ ਹਨ ਉਹ ਬਾਣੀਆਂ ਸਿਰ ਬਾਣੀ ਨਹੀਂ ਹਨ। ਅਸੀਂ ਉਸ ਬਾਣੀਆਂ ਸਿਰ ਬਾਣੀ, ਅੰਮ੍ਰਿਤ ਬਾਣੀ ਦੇ ਨਾਲ ਜੁੜਨਾ ਹੈ। ਇਹ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਹਨ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ, ਦਿਨ ਰਾਤ ਸਦਾ ਹਰ ਲਿਵ ਲਾਗੈ। ਫਿਰ ਇਹ ਜੋ ਰਹਿਣ ਹੈ, ਇਹ ਜੋ ਉਮਰ ਹੈ, ਇਹ ਸੁੱਤਿਆਂ ਨਹੀਂ ਲੰਘੇਗੀ, ਇਹ ਸੁਚੇਤ ਹੋ ਕੇ ਜਾਗਦਿਆਂ ਲੰਘੇਗੀ, ਉਸ ਪ੍ਰਭੂ ਦੇ ਨਾਲ ਜੁੜ ਕੇ ਲੰਘੇਗੀ। ਤੋ ਇਹ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਤਾਂ ਸਾਨੂੰ, ਉਹ ਜੋ ਪਿੱਛੇ ਵਿਸ਼ਾ ਆ ਰਿਹਾ ਸੀ ਬਾਣੀ ਦਾ ਤੇ ਗੁਰ ਕਾ ਸ਼ਬਦ ਦਾ, ਉਹਦਾ ਹੀ ਉਪਦੇਸ਼ ਦੇ ਰਹੇ ਹਨ। ਪਰ ਨਾਲ ਸਤਿਗੁਰੂ ਜੀ ਨੇ ਇਸ਼ਾਰਿਆਂ ਦੇ ਵਿੱਚ ਦੋ ਬੜੀਆਂ ਇੰਪੋਰਟੈਂਟ ਚੀਜ਼ਾਂ ਸਮਝਾ ਦਿੱਤੀਆਂ ਹਨ ਕਿ ਸ਼ਿਵ ਸ਼ਕਤ ਦਾ ਇੱਕ ਸਤਿਗੁਰੂ ਜੀ ਨੇ ਉਪਦੇਸ਼ ਦੇ ਦਿੱਤਾ ਹੈ, ਤੇ ਇੱਕ ਸਿਮਰਤ ਸ਼ਾਸਤਰ। ਇਹਨਾਂ ਦੋਵਾਂ ਦੇ ਬਾਰੇ ਕਲੈਰਿਟੀ ਦੇ ਦਿੱਤੀ ਹੈ ਕਿ ਜੇ ਆਪਣਾ ਅਕਾਲ ਪੁਰਖ ਦੇ ਨਾਲ ਪ੍ਰਭੂ ਮਿਲਾਪ ਦੇ ਰਸਤੇ ਦੇ ਉੱਤੇ ਤੁਰਨਾ ਹੈ ਤਾਂ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਤੋਂ ਅੰਮ੍ਰਿਤ ਬਾਣੀ ਨਾਲ ਜੁੜਨਾ ਪਏਗਾ, ਉਸ ਪ੍ਰਭੂ ਨਾਲ ਜੁੜਨਾ ਪਏਗਾ। ਫਿਰ ਸ਼ਿਵ ਸ਼ਕਤ ਨੂੰ ਛੱਡਣਾ ਪਏਗਾ, ਸਿਮਰਤ ਸ਼ਾਸਤਰ ਨੂੰ ਛੱਡ ਕੇ ਅੰਮ੍ਰਿਤ ਬਾਣੀ ਨਾਲ ਜੁੜਨਾ ਪਏਗਾ। ਇੱਕ ਸਿੱਖ ਵਾਸਤੇ ਇਹ ਵਿਧਾਨ ਹੈ। ਤੋ ਇਹ ਸਤਿਗੁਰੂ ਜੀ ਨੇ ਇੱਥੇ ਤੱਕ ਉਪਦੇਸ਼ ਜੋ ਹੈ ਉਹ ਸਾਨੂੰ ਦਿੱਤਾ ਹੈ। ਅਗਲੀਆਂ ਦੋ ਪੌੜੀਆਂ ਦੇ ਵਿੱਚ ਵੀ ਜੋ ਸਤਿਗੁਰੂ ਜੀ ਨੇ ਇੱਕੋ ਉਦਾਹਰਨ ਨੂੰ ਆਪਣੇ ਸਾਹਮਣੇ ਰੱਖ ਕੇ ਉਪਦੇਸ਼ ਦਿੱਤਾ ਹੈ। ਆਓ ਪਹਿਲਾਂ ਇਹਨਾਂ ਦੋਵਾਂ ਪੌੜੀਆਂ ਦਾ ਪਾਠ ਕਰ ਲਈਏ। ਸਤਿਗੁਰੂ ਜੀ ਫਰਮਾ ਰਹੇ ਹਨ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀ। ਮਨੋ ਕਿਉਂ ਵਿਸਾਰੀ ਹੈ? ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਹ ਸੁਨੋ ਕੇ ਪੋ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਏਵੜ ਦਾਤਾ, ਸੋ ਕਿਉ ਮਨੋ ਵਿਸਾਰੀ। ਤੇ ਫਿਰ ਅੱਗੇ ਸਤਿਗੁਰੂ ਫਰਮਾ ਰਹੇ ਹਨ ਅਗਲੀ ਪੌੜੀ ਦੇ ਵਿੱਚ, ਜੈਸੀ ਅਗਨ ਉਧਰ ਮੈਂ,
ਤੈਸੀ ਬਾਹਰ ਮਾਰ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਇਹਨਾਂ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਉਹ ਇੱਕ ਉਦਾਹਰਨ ਦੇ ਰਾਹੀਂ ਦਿੱਤਾ ਹੈ। ਉਹ ਉਦਾਹਰਨ ਜਿਹੜੀ ਸਾਡੀ ਸਭਿਅਤਾ ਦੇ ਵਿੱਚ, ਸਾਡੇ ਫਿਲਾਸਫੀ ਦੇ ਵਿੱਚ ਆਮ ਤੌਰ ਤੇ ਸਾਨੂੰ ਦਿੱਤੀ ਜਾਂਦੀ ਹੈ। ਸਾਰੇ ਧਰਮਾਂ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਜੀਵ ਇਸ ਜਗਤ ਦੇ ਵਿੱਚ ਨਹੀਂ ਆਇਆ ਹੁੰਦਾ, ਮਾਤਾ ਕੇ ਉਦਰ ਦੇ ਵਿੱਚ ਹੁੰਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਉਹ ਜਠਰ ਅਗਨ ਦੇ ਵਿੱਚ ਹੁੰਦਾ ਹੈ, ਪਰ ਉੱਥੇ ਚੁੱਕੀ ਉਹਦੀ ਲਿਵ ਪ੍ਰਭੂ ਦੇ ਵਿੱਚ ਜੁੜੀ ਹੁੰਦੀ ਹੈ, ਤੇ ਅਗਨ ਉਸਦਾ ਕੁਝ ਵਿਗਾੜ ਨਹੀਂ ਸਕਦੀ। ਤੇ ਫਿਰ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਜਦੋਂ ਜੀਵ ਇਸ ਜਗਤ ਦੇ ਵਿੱਚ ਆ ਜਾਂਦਾ ਹੈ, ਜਿਵੇਂ ਉੱਥੇ ਜਠਰ ਅਗਨ ਸੀ, ਬਿਲਕੁਲ ਉਸੇ ਤਰ੍ਹਾਂ ਹੀ ਇਸ ਜਗਤ ਵਿੱਚ ਆਉਣ ਤੋਂ ਬਾਅਦ ਉਹ ਜਿਹੜੀ ਅਗਨੀ ਮਾਇਆ ਦਾ ਰੂਪ ਹੋ ਗਿਆ। ਇਹ ਦੋਵੇਂ ਇਕੁਇਵਲੈਂਟ ਚੀਜ਼ਾਂ ਸਾਨੂੰ ਦੱਸ ਦਿੱਤੀਆਂ ਜਾਂਦੀਆਂ ਹਨ ਕਿ ਜਿਵੇਂ ਅੰਦਰ ਅਗਨ ਹੈ, ਤਿਵੇਂ ਬਾਹਰ ਮਾਇਆ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ, ਇਹ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ, ਪਰ ਜਿਹੜੀ ਗੱਲ ਸਮਝਾਈ ਹੈ ਆਪਾਂ ਉਹਦੇ ਵੱਲ ਜ਼ਿਆਦਾ ਗੌਰ ਕਰਨਾ ਹੈ। ਕਿ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਵੇਂ ਸਾਨੂੰ ਸਮਝਾਇਆ ਜਾਂਦਾ ਹੈ ਕਿ ਜਦੋਂ ਤੱਕ ਇਨਸਾਨ ਦੀ ਲਿਵ ਜੁੜੀ ਹੈ, ਜਠਰ ਅਗਨ ਉਹਦਾ ਕੁਝ ਨਹੀਂ ਵਿਗਾੜ ਸਕਦੀ। ਬਿਲਕੁਲ ਉਸੇ ਤਰ੍ਹਾਂ ਹੀ ਜਦੋਂ ਤੱਕ ਇਨਸਾਨ ਦੀ ਲਿਵ ਜੁੜੀ ਹੈ, ਉਦੋਂ ਤੱਕ ਮਾਇਆ ਵੀ ਕੁਝ ਨਹੀਂ ਵਿਗਾੜ ਸਕਦੀ। ਭਾਵ ਕਿ ਦੋਵੇਂ ਪਾਸੇ ਬਚਾਉਣਾ ਸਾਨੂੰ ਕੇਵਲ ਇਹੀ ਇਸੇ ਚੀਜ਼ ਨਹੀਂ ਹੈ ਕਿ ਸਾਡੀ ਲਿਵ ਉਸ ਪ੍ਰਭੂ ਨਾਲ ਜੁੜੀ ਹੈ ਜਾਂ ਨਹੀਂ ਜੁੜੀ। ਹੁਣ ਇਸ ਗੱਲ ਤੇ ਇਤਰਾਜ਼ ਕਰਨ ਵਾਲੇ ਵੀ ਕਹਿ ਦਿੰਦੇ ਹਨ ਕਿ ਜੀ ਦੱਸੋ ਜੀ, ਪ੍ਰੂਵ ਕਰੋ ਕਿ ਮਾਤਾ ਕੇ ਉਦਰ ਦੇ ਵਿੱਚ ਸਾਡੀ ਲਿਵ ਪ੍ਰਭੂ ਨਾਲ ਜੁੜੀ ਹੀ ਹੋਈ ਸੀ, ਸਾਡਾ ਸਿਮਰਨ ਚੱਲ ਹੀ ਰਿਹਾ ਸੀ। ਚਲੋ ਆਪਾਂ ਉਸ ਗੱਲ ਨੂੰ ਛੱਡ ਵੀ ਦਈਏ, ਇਹ ਠੀਕ ਹੈ ਜਾਂ ਗਲਤ ਹੈ, ਇਤਰਾਜ਼ ਹੈ। ਵੈਸੇ ਤਾਂ ਸਤਿਗੁਰੂ ਨੇ ਕਹੀ ਹੈ, ਸਾਡੇ ਵਾਸਤੇ ਤੇ ਇਹ ਅਕੱਟ ਹੈ, ਸਤਿਗੁਰੂ ਦਾ ਬਚਨ ਹੈ, ਤੇ ਸਾਨੂੰ ਇਹਦੇ ਤੇ ਡਾਊਟ ਕਰਨ ਦੀ ਗੱਲ ਨਹੀਂ। ਪਰ ਇਹ ਉਦਾਹਰਣ ਹੀ ਹੈ। ਮੁੱਖ ਉਪਦੇਸ਼ ਇਹ ਹੈ ਕਿ ਮਨੋ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਉੱਥੇ ਆਹਾਰ ਪਹੁੰਚਾ ਰਿਹਾ ਹੈ, ਸਾਡੀ ਪਾਲਣਾ ਕਰ ਰਿਹਾ ਹੈ, ਸਾਡੇ ਸਰੀਰ ਦੀ ਬਣਤਰ ਬਣਾ ਰਿਹਾ, ਉਹ ਉਸ ਦਾਤੇ ਨੂੰ ਅਸੀਂ ਵਿਸਾਰੀਏ ਕਿਉਂ? ਤੇ ਸਤਿਗੁਰੂ ਜੀ ਕਹਿੰਦੇ ਹਨ, ਜਿਵੇਂ ਉੱਥੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏਵਡ ਦਾਤਾ, ਸੋ ਕਿਉ ਮਨੋ ਵਿਸਾਰ। ਕਿ ਉਸ ਪ੍ਰਭੂ ਨਾਲ ਜੁੜੀ ਹੋਈ ਜੋ ਲਿਵ ਹੈ, ਉਹ ਅਸੀਂ ਬਾਹਰ ਆ ਕੇ ਵੀ ਜੋੜਨੀ ਹੈ। ਤੇ ਗੁਰਮੁਖ ਸਦਾ ਸੰਭਾਲੀ ਹੈ, ਉਹ ਗੁਰੂ ਦੀ ਮਿਹਰ ਪ੍ਰਾਪਤ ਕਰਕੇ, ਗੁਰੂ ਦੀ ਸਿੱਖਿਆ ਦੇ ਨਾਲ ਜੁੜ ਕੇ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ ਸਦਾ ਸੰਭਾਲੀ ਹੈ। ਤੇ ਐਸਾ ਵੱਡਾ ਦਾਤਾ ਜਿਨੇ ਸਾਨੂੰ ਇਹ ਕੀਮਤੀ ਸਰੀਰ ਦਿੱਤਾ ਹੈ, ਇੰਨੇ ਗੁਣ ਹਨ ਇਹਦੇ ਵਿੱਚ, ਇਹਨੂੰ ਬਣਾਇਆ ਹੈ, ਇਹਨੂੰ ਪਾਲਿਆ ਹੈ, ਇਹਨੂੰ ਪਾਲਣ ਦਾ, ਸਾਡੇ ਜੀਵਨ ਦਾ ਸਾਰਾ ਪ੍ਰਬੰਧ ਸਾਨੂੰ ਦਿੱਤਾ ਹੈ। ਅਸੀਂ ਕਿਉਂ ਨਾ ਉਹਨੂੰ ਗੁਰਮੁਖ ਸਦਾ ਸੰਭਾਲੀਏ? ਤੇ ਸੰਭਾਲਣ ਦੇ ਵਾਸਤੇ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ, ਗੁਰੂ ਦੀ ਸਿੱਖਿਆ ਦੇ ਵਿੱਚ ਜਾਣਾ ਪਏਗਾ, ਉਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਪਏਗਾ। ਇਹੀ ਗੱਲ ਹੁਣ ਸਤਿਗੁਰੂ ਜੀ ਨੇ ਅੱਗੇ ਕਿਹਾ ਹੈ। ਜਿਵੇਂ ਪਹਿਲਾਂ ਕਿਹਾ ਨਾ, ਉਸ ਨੂੰ ਕਿ ਪੋ ਨਾ ਸਕੀ, ਵੀ ਜਿਵੇਂ ਉੱਥੇ ਉਹ ਅਗਨ ਕਿਹਾ ਜਾਂਦਾ ਹੈ ਕਿ ਪੋ ਨਹੀਂ ਸਕਦੀ, ਤੇ ਸਤਿਗੁਰੂ ਜੀ ਕਹਿ ਰਹੇ ਹਨ ਇੱਥੇ ਵੀ ਬਾਹਰ ਵੀ ਉਹੀ ਖੇਡ ਹੈ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਕਿਉਂਕਿ ਇੱਥੇ ਆ ਕੇ ਵੀ ਫਿਰ ਭਾਣਾ ਉਹੀ ਵਾਪਰਦਾ ਹੈ। ਜਿਵੇਂ ਉੱਥੇ ਅਗਨ ਤੋਂ ਸਾਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ, ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ ਸਾਡੀ ਲਿਵ ਛੁੜਕੀ, ਅਸੀਂ ਆਪਣੇ ਕੇਂਦਰ ਤੋਂ, ਆਪਣੇ ਧੁਰੇ ਤੋਂ ਟੁੱਟ ਗਏ, ਤ੍ਰਿਸ਼ਨਾ ਲੱਗ ਗਈ ਤੇ ਮਾਇਆ ਦੇ ਵਿੱਚ ਫਸ ਗਏ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਦੇ ਨਾਲੋਂ ਸਾਡੀ ਲਿਵ ਛੁੜਕ ਜਾਂਦੀ ਹੈ, ਤਾਂ ਮਾਇਆ ਵਰਤ ਜਾਂਦੀ ਹੈ। ਮਾਇਆ ਅਮਰ, ਅਮਰ ਦਾ ਭਾਵ ਹੁਕਮ ਹੈ।
ਜਿਸ ਦਾ ਕਿਹਾ ਸਾਰੇ ਮੰਨਦੇ ਨੇ ਉਹ ਅਮੀਰ ਕਿਹਾ ਜਾਂਦਾ ਹੈ। ਭਾਵ ਜਿਸ ਦਾ ਕਿਹਾ, ਜਿਸ ਦਾ ਹੁਕਮ ਮੰਨਦੇ ਨੇ ਉਹਨੂੰ ਅਮੀਰ ਕਿਹਾ ਜਾਂਦਾ ਹੈ। ਅਮਰ ਦਾ ਅਰਥ ਹੀ ਹੁਕਮ ਹੁੰਦਾ ਹੈ। ਇਹ ਮਾਇਆ ਦਾ ਹੁਕਮ ਉਸ ਅਕਾਲ ਪੁਰਖ ਨੇ ਵਰਤਾ ਦਿੱਤਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਮਾਇਆ ਮਾਇਆ ਅਸੀਂ ਕਰੀ ਜਾਂਦੇ ਹਾਂ। ਮਾਇਆ ਹੈ ਕੀ ਅਸੀਂ ਕਿਸੇ ਖਾਸ ਚੀਜ਼ ਨੂੰ ਮਾਇਆ ਕਹੀਏ? ਕਿ ਜਿਵੇਂ ਦੂਜੇ ਧਰਮ ਕਹਿੰਦੇ ਨੇ ਪਤੀ ਪਤਨੀ, ਭੈਣ ਭਰਾ, ਪੁੱਤਰ ਧੀ, ਇਹ ਜੋ ਅਸੀਂ ਪਦਾਰਥ ਇਕੱਠੇ ਕਰਦੇ ਹਾਂ ਜਾਂ ਸਾਨੂੰ ਮਿਲਦੇ ਨੇ ਇਸ ਜਗਤ ਦੇ ਵਿੱਚ, ਕੀ ਉਹ ਮਾਇਆ ਹੈ? ਉਹਨਾਂ ਨੇ ਤੇ ਇਹੀ ਸਮਝ ਲਿਆ ਤੇ ਇਹਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਮਾਇਆ ਉਹ ਨਹੀਂ ਹੈ। ਮਾਇਆ ਦਾ ਅਰਥ ਸਿਰਫ ਇੰਨਾ ਹੈ ਕਿ ਹਰ ਉਹ ਚੀਜ਼ ਮਾਇਆ ਹੈ ਜਿਹਦੇ ਨਾਲ ਅਸੀਂ ਜੁੜ ਗਏ ਤੇ ਪ੍ਰਭੂ ਨੂੰ ਵਿਸਾਰ ਦਿੱਤਾ। ਜਿਤ ਹਰ ਵਿਸਰੈ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਮੋਹ ਪੈਦਾ ਹੋ ਗਿਆ, ਭਾਵ ਇਹ ਰੈਸ਼ਨਲ ਇਮੋਸ਼ਨ ਸਾਡੇ ਅੰਦਰ ਪੈਦਾ ਹੋ ਗਈਆਂ ਅਟੈਚਮੈਂਟ ਦੀ, ਉਹ ਮੋਹ ਹੋ ਗਿਆ। ਭਾਵ ਦੂਜਾ ਲਾਇਆ। ਇੱਕ ਭਾਵ ਉੱਥੇ ਲੱਗਣਾ ਚਾਹੀਦਾ ਸੀ ਜਿੱਥੇ ਅਕਾਲ ਪੁਰਖ ਸੀ, ਤੇ ਇੱਕ ਭਾਵ ਦੂਜਾ ਹੈ ਜਿਹੜਾ ਅਕਾਲ ਪੁਰਖ ਨੂੰ ਛੱਡ ਕੇ ਬਾਕੀ ਹਰ ਚੀਜ਼ ਦੇ ਵਿੱਚ ਹੈ। ਭਾਵ ਦਾ ਭਾਵ ਪ੍ਰੇਮ ਹੈ ਕਿ ਜਦੋਂ ਸਾਡਾ ਪ੍ਰੇਮ ਪ੍ਰਭੂ ਨੂੰ ਛੱਡ ਕੇ ਕਿਸੇ ਵੀ ਹੋਰ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਲੱਗ ਜਾਂਦਾ ਹੈ ਤਾਂ ਫਿਰ ਉਹ ਮਾਇਆ ਹੈ। ਹੁਣ ਇਸ ਦਾ ਅਰਥ ਕੀ ਹੋਇਆ ਕਿ ਮਾਇਆ ਕੋਈ ਪਦਾਰਥ ਨਹੀਂ ਹੈ, ਇਸ ਕਰਕੇ ਇਹਨੂੰ ਛੱਡਣ ਦੀ ਲੋੜ ਨਹੀਂ ਹੈ। ਛੱਡਣ ਦੀ ਲੋੜ ਹੈ ਮੋਹ ਨੂੰ, ਦੂਜਾ ਭਾਵ ਨੂੰ। ਕਿਸੇ ਪਦਾਰਥ ਨੂੰ ਛੱਡਣ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਜਦੋਂ ਉਹਨੂੰ ਪਦਾਰਥ ਕਿਸੇ ਨੂੰ ਛੱਡਦੇ ਹਾਂ ਤਾਂ ਉਸ ਪਦਾਰਥ ਨੂੰ ਛੱਡ ਕੇ ਕਿਸੇ ਹੋਰ ਪਦਾਰਥ ਦੇ ਵਿੱਚ ਫਸ ਜਾਂਦੇ। ਪਰ ਇਸ ਸੋਝੀ ਆਵੇ ਕਿੱਥੋਂ? ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਗੱਲ ਫੇਰ ਉਹੀ ਹੈ ਕਿ ਜਦੋਂ ਤੱਕ ਸਾਡੀ ਲਿਵ ਜੁੜੀ ਹੋਈ, ਜੋ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਕਿ ਜਦੋਂ ਤੱਕ ਸਾਡੀ ਲਿਵ ਜੁੜੀ ਸੀ ਤਾਂ ਅਸੀਂ ਉਸ ਜਠਰ ਅਗਨ ਦੇ ਵਿੱਚ ਬੈਠੇ ਹੋਏ ਵੀ ਸੇਫ ਸੀ। ਤੇ ਉਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਹਨ, ਇਹ ਵੱਡੀ ਅਗਨ ਵਰਗੀ ਮਾਇਆ ਜੋ ਹੈ, ਇਹਦੇ ਵਿੱਚ ਬੈਠਿਆ ਹੋਇਆ ਵੀ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਹਨੂੰ ਦੁਨੀਆ ਮਾਇਆ ਕਹਿੰਦੀ ਹੈ, ਉਹਦੇ ਵਿੱਚ ਬੈਠਿਆ ਹੋਇਆ ਵੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ, ਪ੍ਰਭੂ ਮਿਲਾਪ ਦੀ ਪ੍ਰਾਪਤੀ ਹੋ ਸਕਦੀ ਹੈ, ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਇਹਦੇ ਵਾਸਤੇ ਲੋੜ ਕਿਸ ਚੀਜ਼ ਦੀ ਹੈ? ਗੁਰ ਪ੍ਰਸਾਦੀ, ਉਸ ਗੁਰੂ ਦੀ ਮਿਹਰ ਦੀ ਲੋੜ ਹੈ। ਜੇ ਉਸ ਗੁਰੂ ਦੀ ਸ਼ਰਨ ਦੇ ਵਿੱਚ ਅਸੀਂ ਚਲੇ ਜਾਈਏ, ਉਹਦਾ ਉਪਦੇਸ਼ ਧਾਰਨ ਕਰੀਏ, ਗ੍ਰਹਿਣ ਕਰੀਏ, ਤੇ ਫਿਰ ਜਿੰਨਾ ਲਿਵ ਲੱਗੀ, ਜਦੋਂ ਅਸੀਂ ਉਹ ਕਰਕੇ ਲਿਵ ਲਗਾ ਲਈਏ ਤਾਂ ਫਿਰ ਮਾਇਆ ਸਾਨੂੰ ਪੋ ਨਹੀਂ ਸਕਦੀ, ਤੇਨੀ ਵਿੱਚੇ ਮਾਇਆ ਪਾਇਆ। ਤੋ ਇਹਨਾਂ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਤਾਂ ਸਾਨੂੰ ਮੁੱਖ ਦੋਵਾਂ ਢੰਗਾਂ ਦੇ ਨਾਲ ਦਿੱਤਾ ਹੈ, ਦ੍ਰਿੜ ਕਰਾਇਆ ਹੈ ਕਿ ਜਦੋਂ ਤੱਕ ਲਿਵ ਜੁੜੀ ਹੈ ਉਦੋਂ ਤੱਕ ਹੀ ਹੈ ਸਾਡਾ ਜੀਵਨ। ਪਹਿਲੀ ਵਾਰੀ ਜਿਹੜਾ ਐਗਜ਼ਾਮਪਲ ਦਿੱਤੀ ਹੈ ਉਹ ਤਾਂ ਫਿਜ਼ੀਕਲ ਜੀਵਨ ਦੀ ਗੱਲ ਹੋ ਗਈ ਕਿ ਅੰਦਰ ਬੈਠਿਆ ਉਸ ਅਗਨ ਨੇ ਪੋਇਆ ਨਹੀਂ ਸਾਨੂੰ, ਕਿਉਂਕਿ ਸਾਡੀ ਲਿਵ ਜੁੜੀ ਹੋਈ ਸੀ ਤੇ ਸਾਡਾ ਇਹ ਸਰੀਰ ਹੋਣ ਦੇ ਚ ਆਇਆ, ਸਾਡਾ ਇਹ ਜੀਵਨ ਹੋਣ ਦੇ ਚ ਆਇਆ। ਤੇ ਦੂਜੇ ਦੇ ਵਿੱਚ ਸਤਿਗੁਰੂ ਜੀ ਆਤਮਿਕ ਜੀਵਨ ਦੀ ਗੱਲ ਕਰ ਰਹੇ ਹਨ ਕਿ ਲਿਵ ਲੱਗ ਗਈ ਤਾਂ ਉਸ ਪ੍ਰਭੂ ਦੇ ਨਾਲ ਜੁੜ ਗਏ ਤੇ ਫਿਰ ਆਤਮਿਕ ਜੀਵਨ ਵੀ ਹੋਣ ਦੇ ਚ ਆ ਗਿਆ। ਤੋ ਇਹਨਾਂ ਦੋਵਾਂ ਪੌੜੀਆਂ ਦੇ ਵਿੱਚ ਉਪਦੇਸ਼ ਹੈ ਕਿ ਲਿਵ ਜੋੜੋ ਉਸ ਪ੍ਰਭੂ ਦੇ ਨਾਲ। ਤੇ ਨਾਲ ਸਤਿਗੁਰੂ ਜੀ ਨੇ ਮਾਇਆ ਦਾ ਇੱਕ ਬੜਾ ਵੱਡਾ ਭੁਲੇਖਾ ਨਿਵਰਤ ਕਰ ਦਿੱਤਾ ਹੈ ਜੋ ਗੁਰਮਤਿ ਗਾਡੀ ਰਾਹ ਦੇ ਵਿੱਚ ਹੈ ਕਿ ਅਸੀਂ ਗ੍ਰਹਿਸਥ ਦੇ ਵਿੱਚ ਰਹਿਣਾ ਹੈ, ਜਿਹਨੂੰ ਦੁਨੀਆ ਮਾਇਆ ਕਹਿੰਦੀ ਹੈ, ਬੜੀ ਵੱਡੀ ਅਗਨੀ ਕਹਿੰਦੀ ਹੈ, ਨੁਕਸਾਨ ਕਰਨ ਵਾਲੀ ਚੀਜ਼ ਕਹਿੰਦੀ ਹੈ। ਅਸੀਂ ਉਹਦੇ ਵਿੱਚ ਰਹਿ ਕੇ ਹੀ ਪ੍ਰਾਪਤ ਕਰਨਾ ਹੈ, ਕਿਉਂਕਿ ਜੇ ਲਿਵ ਲੱਗ ਗਈ ਤਾਂ ਫਿਰ ਉਹ ਮਾਇਆ ਨਹੀਂ ਹੈ। ਕਿਉਂਕਿ ਮਾਇਆ ਤਾਂ ਹੀ ਹੈ ਜੇ ਮੋਹ ਉਪਜੇਗਾ, ਪ੍ਰਭੂ ਵਿਸਰੇਗਾ, ਦੂਜੇ ਪਾਸੇ ਸਾਡਾ ਪ੍ਰੇਮ ਲੱਗੇਗਾ। ਜਿਵੇਂ ਉਹ ਭਗਤ ਜਨਾਂ ਦੀ ਪੰਕਤੀ ਅਸੀਂ ਸਾਰੇ ਜਾਣਦੇ ਹਾਂ, ਕੋਟ ਕਰਦੇ ਹਾਂ ਕਿ ਜਦੋਂ ਕੰਮ ਕਰਦੇ ਹੋਇਆ ਵੀ ਹਰੀ ਦੇ ਨਾਲ ਚਿੱਤ ਜੁੜਿਆ ਹੋਇਆ ਹੈ ਤੇ ਬਸ ਉਹੀ ਕੰਮ ਹੈ ਸਾਡਾ। ਇਹੀ ਸਤਿਗੁਰੂ ਕਹਿ ਰਹੇ ਹਨ ਕਿ ਲਿਵ ਲਾਗੀ ਦੀ ਅਵਸਥਾ ਤੱਕ ਪਹੁੰਚਣਾ ਹੈ। ਹਾਥ ਪਾਉ ਸਭ ਕਾਮ ਕਰ ਚੀਤ ਨਿਰੰਜਨ ਨਾ। ਕੰਮ ਸਾਰੇ ਕਰਨੇ ਹਨ, ਇਹ ਮਾਇਆ ਨਹੀਂ ਹੈ। ਪਰਿਵਾਰ ਮਾਇਆ ਨਹੀਂ ਹੈ,
ਪਰਿਵਾਰ ਉਦੋਂ ਹੀ ਮਾਇਆ ਹੈ ਜਦੋਂ ਪਰਿਵਾਰ ਦੇ ਮੋਹ ਵਿੱਚ ਅਸੀਂ ਫਸ ਗਏ ਤੇ ਉਹ ਪ੍ਰਭੂ ਵਿਸਰ ਗਿਆ। ਉਸ ਤੋਂ ਬਿਨਾਂ ਇਹ ਮਾਇਆ ਨਹੀਂ ਹੈ। ਜੇ ਅਸੀਂ ਪ੍ਰਭੂ ਦੇ ਨਾਲ ਜੁੜੇ ਹੋਏ ਹਾਂ, ਅੰਦਰੋਂ ਸਾਡੀ ਲਿਵ ਲੱਗੀ ਹੋਈ ਹੈ, ਤੇ ਫਿਰ ਇਹ ਮਾਇਆ ਨਹੀਂ ਹੈ। ਅੱਗੇ ਸਤਿਗੁਰੂ ਜੀ ਚੱਲਦੇ ਹਨ। ਅੱਗੇ ਵੀ 2 ਪੌੜੀਆਂ ਹਨ। ਸਤਿਗੁਰੂ ਜੀ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਸਾਨੂੰ ਪ੍ਰੇਰਨਾ ਦੇ ਰਹੇ ਹਨ। ਤਾਂ ਉਹਨਾਂ 2 ਪੌੜੀਆਂ ਦਾ ਵੀ ਆਪਾਂ ਪਾਠ ਕਰ ਲਈਏ ਜੀ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਤੇ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਇਸ ਵਿਸ਼ੇ ਨੂੰ ਹੀ ਅੱਗੇ ਲੈ ਕੇ ਚੱਲ ਰਹੇ ਹਨ ਕਿ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹ ਪ੍ਰਭੂ ਜੋ ਹੈ ਉਹ ਅਮੁਲਕ ਹੈ, ਕੀਮਤੀ ਹੈ, ਬੇਸ਼ਕੀਮਤੀ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਉਹ ਲੋਕ ਖੱਪ ਖੱਪ ਕੇ ਉਹਨੂੰ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਮੁੱਲ ਪਾ ਰਹੇ ਹਨ। ਮੁੱਲ ਨਾ ਪਾਇਆ ਜਾਏ ਕਿਸੇ ਵੱਡਾ। ਕੋਈ ਵੱਡਾ ਦਾਨ ਦੇ ਕੇ ਪ੍ਰਭੂ ਨੂੰ ਪ੍ਰਾਪਤ ਕਰਨਾ ਸ਼ੁਰੂ ਕਰਦਾ ਹੈ, ਉਹ ਕੋਸ਼ਿਸ਼ਾਂ ਸ਼ੁਰੂ ਕਰਦਾ ਹੈ, ਕੋਈ ਹੋਰ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿਸੇ ਚੀਜ਼ ਦੇ ਮੁੱਲ ਦਿੱਤਿਆਂ ਵੀ ਇਸ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੰਨੀ ਬੇਸ਼ਕੀਮਤੀ ਵਸਤੂ ਹੈ, ਕਿਉਂਕਿ ਉਹ ਖਰੀਦਣ ਦੀ ਵਸਤੂ ਤੇ ਹੈ ਹੀ ਨਹੀਂ। ਪਰ ਜੇ ਮੁੱਲ ਦੇ ਕੇ ਖਰੀਦਣੀ ਹੀ ਹੈ ਤਾਂ ਫਿਰ ਆਓ ਫਿਰ ਇਸ ਤਰ੍ਹਾਂ ਖਰੀਦੀਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜੇ ਐਸਾ ਸਤਿਗੁਰੂ ਮਿਲ ਜਾਂਦਾ ਜਿਹੜਾ ਉਸ ਪ੍ਰਭੂ ਨੂੰ ਮੁੱਲ ਸੌਂਪੀਏ, ਤਿਸ ਨੂੰ ਸਿਰ ਸੌਂਪੀਏ, ਕੁਰਬਾਨ ਜਾਈਏ ਉਹਦੇ ਉੱਤੇ। ਉਹਨੇ ਦਾ ਅਰਥ ਅਸੀਂ ਫਿਜ਼ੀਕਲੀ ਕੁਰਬਾਨ ਜਾਣ ਦਾ ਵੀ ਲੈ ਸਕਦੇ ਹਾਂ, ਤੇ ਸਿਰ ਸੌਂਪੀਏ ਦਾ ਅਰਥ ਮਤ ਨੂੰ ਕੁਰਬਾਨ ਕਰਨ ਦਾ ਵੀ ਲੈ ਸਕਦੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਤਿਗੁਰੂ ਦੇ ਅੱਗੇ ਆਪਾਂ ਵਾਰ ਨਾ ਦੇਈਏ, ਉਦੋਂ ਤੱਕ ਉਸ ਪ੍ਰਭੂ ਦਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਇਹੀ ਮੁੱਲ ਹੈ ਜਿਹੜਾ ਦੇ ਕੇ ਅਸੀਂ ਪ੍ਰਭੂ ਨੂੰ ਪ੍ਰਾਪਤ ਕਰ ਸਕਦੇ ਹਾਂ, ਵਿੱਚੋਂ ਆਪ ਜਾਏ। ਭਾਵ ਆਪਣਾ ਆਪਾ ਜੋ ਹੈ, ਆਪਾ ਭਾਵ ਜੋ ਹੈ, ਉਹਨੂੰ ਗਵਾ ਕੇ ਖਤਮ ਕਰਕੇ ਉਹ ਸਤਿਗੁਰੂ ਅਗਰ ਮਿਲਦਾ ਹੈ ਤਾਂ ਫਿਰ ਬਸ ਉਹਦੇ ਤੇ ਕੁਰਬਾਨ ਹੋ ਜਾਈਏ। ਸਾਡੇ ਜੀਵਨ ਦਾ ਹਰ ਲਮਹਾ, ਹਰ ਪਲ ਉਹਦੇ ਸਿੱਖਿਆ ਦੇ ਉੱਤੇ ਚੱਲਣਾ ਸ਼ੁਰੂ ਕਰੀਏ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਜਿਸ ਦਾ ਜੀਓ ਤਿਸ ਮਿਲ ਰਿਹਾ ਹਰ ਵਸਾ। ਫਿਰ ਉਹ ਪ੍ਰਭੂ ਜਿਹੜਾ ਹੈ ਉਹ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਤੇ ਜਿਸ ਨੇ ਇਸ ਜੀਵ ਨੂੰ ਬਣਾਇਆ ਸੀ ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਤਾਂ ਸਤਿਗੁਰੂ ਜੀ ਨੇ ਇੱਥੇ ਸਾਨੂੰ ਕਿਹਾ ਹੈ ਕਿ ਉਹ ਪ੍ਰਭੂ ਨੂੰ ਹੋਰ ਕਿਸੇ ਢੰਗ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੇਵਲ ਤੇ ਕੇਵਲ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ, ਆਪਣੇ ਆਪ ਨੂੰ ਉਹਦੇ ਤੇ ਕੁਰਬਾਨ ਕਰਕੇ, ਆਪਾ ਭਾਵ ਗਵਾ ਕੇ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ। ਜੇ ਅਸੀਂ ਗੁਰੂ ਦੀ ਸਿੱਖਿਆ ਦੇ ਉੱਤੇ ਇਨ ਬਿਨ ਚੱਲਾਂਗੇ, ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਾਂਗੇ। ਤੇ ਹਰ ਆਪ ਅਮੁਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਕਿ ਉਹ ਜੋ ਅਮੋਲਕ ਪ੍ਰਭੂ ਬੇਸ਼ਕੀਮਤੀ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਸਤਿਗੁਰੂ ਕਹਿੰਦੇ ਹਨ ਕਿ ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਜਿਹਦੇ ਤੇ ਉਸ ਅਕਾਲ ਪੁਰਖ ਦੀ ਕਿਰਪਾ ਹੋ ਜਾਵੇ, ਉਸ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਵੇ, ਤੇ ਫਿਰ ਉਹਨੂੰ ਉਹਦੇ ਪੱਲੇ ਉਹਨੂੰ ਉਹ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਸੈ ਮਨ ਆਏ। ਪਰ ਹੁਣ ਸਤਿਗੁਰੂ ਜੀ ਨਾਲ ਇਹ ਵੀ ਕਹਿ ਰਹੇ ਹਨ ਕਿ ਜੇ ਸਤਿਗੁਰੂ ਦੀ ਸਿੱਖਿਆ ਤੇ ਚੱਲਣਾ ਹੈ ਤਾਂ ਅਸੀਂ ਕਿਸ ਮਾਨਸਿਕ ਅਵਸਥਾ ਵਿੱਚ ਜਾ ਕੇ ਚੱਲ ਸਕਦੇ ਹਾਂ। ਸਤਿਗੁਰੂ ਜੀ ਅੱਗੇ ਸਾਨੂੰ ਉਹ ਗੱਲ ਸਮਝਾ ਰਹੇ ਹਨ
ਹਰ ਰਾਸ ਮੇਰੀ ਮਨ ਵਣਜਾਰਾ। ਵਣਜਾਰਾ ਕੌਣ ਹੁੰਦਾ ਹੈ? ਵਣਜਾਰਾ ਹੁੰਦਾ ਹੈ ਜਿਹੜਾ ਵਣਜ ਕਰਦਾ ਹੈ। ਅਸੀਂ ਅੱਜ ਵੀ, ਸਾਡੇ ਬੜੇ ਸਕਸੈਸ ਗੁਰੂਜ਼ ਆ ਗਏ ਹਨ, ਉਹ ਜੇ ਕੋਈ ਪੈਸਾ ਕਮਾਉਣ ਦਾ ਫਾਰਮੂਲਾ ਗੁਰ ਦੱਸ ਰਿਹਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਯੂ ਥਿੰਕ ਮਨੀ, ਯੂ ਸਲੀਪ ਮਨੀ, ਯੂ ਬਰੀਥ ਮਨੀ, ਯੂ ਟਾਕ ਮਨੀ। ਮਤ ਕਹਿਣ ਤੋਂ ਭਾਵ ਕਿ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨਾ ਹੋਵੇ, ਪੂਰੀ ਤਰ੍ਹਾਂ ਜਦੋਂ ਅਸੀਂ ਉਹਦੇ ਵਾਸਤੇ ਅਰਪਣ ਹੋ ਜਾਂਦੇ ਹਾਂ ਤੇ ਉਹ ਵਣਜਾਰੇ ਦੀ ਅਵਸਥਾ ਸਤਿਗੁਰੂ ਜੀ ਨੇ ਕਹੀ। ਕਿ ਸਾਡੇ ਜੀਵਨ ਦੀ ਫਿਰ ਰਾਸ ਪੂੰਜੀ ਹੀ ਉਹ ਪ੍ਰਭੂ ਹੋ ਜਾਵੇ, ਜੇ ਅਸੀਂ ਪ੍ਰਭੂ ਨੂੰ ਪ੍ਰਾਪਤ ਕਰਨਾ ਹੈ, ਪ੍ਰਭੂ ਮਿਲਾਪ ਹਾਸਲ ਕਰਨਾ। ਜਿਵੇਂ ਵਣਜਾਰਾ ਵਣਜ ਕਰਨ ਲਈ ਹਰ ਵੇਲੇ ਆਪਣੇ ਸੌਦੇ ਬਾਰੇ ਸੋਚਦਾ ਹੈ, ਜਿਹੜੇ ਬਿਜ਼ਨਸ ਕਰਦੇ ਹਨ ਉਹ ਇਸ ਚੀਜ਼ ਨੂੰ ਸਿੱਧੇ ਹੀ ਸਮਝ ਸਕਦੇ ਹਨ। ਪਰ ਅਸੀਂ ਕੋਈ ਵੀ ਪ੍ਰੋਫੈਸ਼ਨ ਦੇ ਵਿੱਚ ਹੋਈਏ, ਕੋਈ ਡਾਕਟਰ ਹੈ, ਇੰਜੀਨੀਅਰ ਹੈ, ਕੋਈ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੋਵੇ, ਜੇ ਉਸ ਪ੍ਰੋਫੈਸ਼ਨ ਦੇ ਵਿੱਚ ਕਿਸੇ ਉੱਚੀ ਅਵਸਥਾ ਤੱਕ ਪਹੁੰਚਣਾ ਹੈ ਤਾਂ ਫਿਰ ਆਪਣੀ ਸੋਚ ਨੂੰ ਪੂਰੀ ਤਰ੍ਹਾਂ ਉਹਦੇ ਵਿੱਚ ਲੀਨ ਕਰਨਾ ਪੈਂਦਾ। ਇਹ ਅਸੀਂ ਸਾਰੇ ਜਾਣਦੇ ਹਾਂ। ਇਹ ਜ਼ਿੰਦਗੀ ਦੇ ਵਿੱਚ ਅਸੀਂ ਦੁਨਿਆਵੀ ਪ੍ਰਾਪਤੀਆਂ ਦੇ ਵਾਸਤੇ ਸਾਰਿਆਂ ਨੇ ਇਹ ਤੱਤ ਕੱਢਿਆ ਹੁੰਦਾ ਹੈ ਕਿ ਭਾਵੇਂ ਕੰਮ ਕੋਈ ਕਰ ਰਹੇ ਹੋਈਏ, ਅੰਦਰੋਂ ਲਿਵ ਸਾਡੀ ਉੱਥੇ ਜੁੜੀ ਹੋਵੇ, ਧਿਆਨ ਉੱਧਰ ਹੀ ਜੁੜਿਆ ਹੋਵੇ ਵੀ ਅਸੀਂ ਇਹਦੀ ਸਕਸੈਸ ਕਿੱਦਾਂ ਲੈਣੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਸ ਅਵਸਥਾ ਤੱਕ ਚੱਲ, ਹਰ ਰਾਸ ਮੇਰੀ ਮਨ ਵਣਜਾਰਾ। ਮਨ ਨੂੰ ਇਸ ਪੂੰਜੀ ਦਾ, ਰਾਸ ਦਾ ਵਣਜਾਰਾ ਬਣਾ ਲੈ। ਤੇ ਇਹ ਰਾਸ ਕਿੱਥੋਂ ਪ੍ਰਾਪਤ ਹੋਣੀ ਹੈ? ਸਤਿਗੁਰ, ਸਤਿਗੁਰ ਤੇ ਰਾਸ ਜਾਣ। ਅੱਗੇ ਵੀ ਉਹੀ ਗੱਲ ਕਹਿ ਰਹੇ ਹਨ, ਹਰ ਹਰ ਨਿਤ ਜਪਿਓ ਜੀਓ। ਜੀਓ ਭਾਵ ਪੂਰਾ ਜੀ ਲਗਾ ਕੇ ਪ੍ਰੇਮ ਦੇ ਨਾਲ, ਭਾਵ ਦੇ ਨਾਲ। ਨਿਤ ਜਪਿਓ ਭਾਵ ਹਰ ਵੇਲੇ ਉਧਰ ਧਿਆਨ ਲੱਗਾ ਰਵੇ। ਨਿਤ ਜਪਿਓ, ਹਰ ਵੇਲੇ ਜਪੋ, ਉਹਨੂੰ ਯਾਦ ਕਰੋ, ਹਰ ਵੇਲੇ ਉਹਦੇ ਬਾਰੇ ਸੋਚੋ, ਹਰ ਵੇਲੇ ਧਿਆਨ ਤੁਹਾਡਾ ਉਧਰ ਲੱਗਾ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਤੋਂ ਅਸੀਂ ਰਾਸ ਪ੍ਰਾਪਤ ਕਰ ਲਈ ਹੈ। ਤੇ ਜੇ ਐਸੀ ਅਵਸਥਾ ਆ ਜਾਵੇ ਤਾਂ ਲਾਹਾ ਖੱਟਿਓ ਦਿਹਾੜੀ। ਫਿਰ ਜਿਹੜਾ ਲਾਹਾ ਖੱਟਣ ਵਾਲੀ ਸਾਡੀ ਅਵਸਥਾ ਜਿਹੜੀ ਹੈ ਉਧਰ ਪਹੁੰਚਦੇ ਹਾਂ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣ। ਹੁਣ ਇਹ ਜਿਹੜੀ ਰਾਸ, ਇਹ ਧਨ ਹੈ, ਇਹ ਪੂੰਜੀ ਹੈ ਜਿਹੜੀ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਇਹ ਕਿਹਨੂੰ ਪ੍ਰਾਪਤ ਹੁੰਦੀ ਹੈ? ਜਿਨ ਹਰ ਆਪੇ ਪਾਣਾ। ਅਕਾਲ ਪੁਰਖ ਨੇ ਕਿਰਪਾ ਕਰਕੇ ਸਤਿਗੁਰੂ ਦੇ ਚਰਨਾਂ ਤੱਕ ਲੈ ਆਇਆ, ਸਾਨੂੰ ਸਤਿਗੁਰੂ ਦੇ ਚਰਨੀ ਲਗਾ ਦਿੱਤਾ, ਸਾਡੇ ਮਨ ਦੇ ਵਿੱਚ ਸਤਿਗੁਰੂ ਦੇ ਵਾਸਤੇ ਪ੍ਰੇਮ ਪੈਦਾ ਕਰ ਦਿੱਤਾ, ਉਹਦੇ ਬਚਨਾਂ ਤੇ ਅਸੀਂ ਅਮਲ ਕਰਨਾ ਸ਼ੁਰੂ ਕਰ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੇ ਅਸੀਂ ਇਸ ਜੀਵਨ ਦੇ ਵਿੱਚ ਉਸ ਪ੍ਰਭੂ ਮਿਲਾਪ ਦਾ ਮਤਲਬ ਹਾਸਲ ਕਰਨਾ ਹੈ, ਆਨੰਦ ਦੀ ਪ੍ਰਾਪਤੀ ਕਰਨੀ ਹੈ, ਤਾਂ ਉਸ ਪ੍ਰਭੂ ਦੇ ਨਾਲ ਲਿਵ ਜੋੜਨੀ ਪੈਣੀ। ਹੁਣ ਇਹਦੇ ਵਿੱਚ ਸਤਿਗੁਰੂ ਜੀ ਨੇ ਅੱਗੇ ਵੀ ਇਹੀ ਪ੍ਰੇਰਨਾ ਦਿੱਤੀ ਹੈ, ਜੋ ਅਗਲੀਆਂ ਦੋ ਪੌੜੀਆਂ ਹਨ, 32ਵੀਂ ਤੇ 33ਵੀਂ। ਆਓ ਇੱਕ ਵਾਰੀ ਉਹਨਾਂ ਦਾ ਵੀ ਆਪਾਂ ਪਾਠ ਕਰ ਲਈਏ ਤਾਂ ਕਿ ਉਹਨਾਂ ਨੂੰ ਵੀ ਅਸੀਂ ਆਸਾਨੀ ਨਾਲ ਸਮਝ ਸਕੀਏ। ਸਤਿਗੁਰੂ ਜੀ ਕਹਿ ਰਹੇ ਹਨ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਹੈ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਪਾਏ। ਤੇ ਅੱਗੇ ਸਤਿਗੁਰੂ ਫਰਮਾ ਰਹੇ ਹਨ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਪੁੱਜਿਆ, ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ। ਸਤਿਗੁਰੂ ਜੀ ਨੇ ਇੱਥੇ ਉਦਾਹਰਨ ਮਤਲਬ ਦੋ ਤਰੀਕਿਆਂ ਦੇ ਨਾਲ ਸਾਨੂੰ ਗੱਲ ਸਮਝਾਈ ਹੈ।
ਪਹਿਲੇ ਸਤਿਗੁਰੂ ਜੀ ਨੇ ਰਸਨਾ ਦਾ ਜ਼ਿਕਰ ਕਰਕੇ ਗੱਲ ਸਮਝਾਈ ਹੈ, ਫਿਰ ਸਰੀਰ ਦੀ ਗੱਲ ਕਰਕੇ ਸਮਝਾਈ। ਪ੍ਰੇਰਨਾ ਦੋਵਾਂ ਵਿੱਚ ਇੱਕੋ ਹੀ ਦਿੱਤੀ ਹੈ ਕਿ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਪ੍ਰਭੂ ਦੇ ਨਾਲ ਜੁੜਨਾ। ਜ਼ੁਬਾਨ ਦੀ ਗੱਲ ਕਰਦੇ ਹਨ, ਸਤਿਗੁਰੂ ਕਹਿੰਦੇ ਹਨ ਕਿ ਤੂੰ ਅਨੇਕਾਂ ਪਦਾਰਥਾਂ ਦਾ ਭੋਗ ਕਰੀ ਜਾ ਰਹੀ ਹੈ, ਬੜੇ ਰਸ ਪ੍ਰਾਪਤ ਕਰ ਰਹੀ ਹੈ, ਪਰ ਤੇਰੀ ਤਸੱਲੀ ਨਹੀਂ ਹੋ। ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਜੀਵਨ ਦੇ ਵਿੱਚ ਵੀ ਬੜੇ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਪਿਆਸ ਖਤਮ ਨਹੀਂ ਹੋ ਰਹੀ। ਹੋਰ 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 ਅਸੀਂ ਅੱਗੇ ਅੱਗੇ ਤੁਰੀ ਜਾ ਰਹੇ ਹਾਂ, ਹੋਰ ਰਸ ਪ੍ਰਾਪਤ ਕਰ, ਹੋਰ ਐਸੈਟਸ ਇਕੱਠੇ ਕਰੀ ਜਾ ਰਹੇ ਹਾਂ, ਹੋਰ ਸਵਾਦ ਲਈ ਜਾ ਰਹੇ ਹਾਂ। ਨਾ ਕੰਨ ਰਸ ਖਤਮ ਹੁੰਦਾ ਹੈ, ਨਾ ਜ਼ੁਬਾਨ ਦਾ ਰਸ ਖਤਮ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ, ਪਿਆਸ ਨਾ ਚਾਹੇ ਹੋਰਤ ਕਿਤਾ ਜਿਚਰ ਹਰ ਰਸ ਪਰਲੇ ਨਾ ਪਾਏ। ਕਿਉਂਕਿ ਜਦੋਂ ਤੱਕ ਉਸ ਰਸ ਦੇ, ਸਾਰੇ ਰਸਾਂ ਦੇ ਸੋਮੇ ਨਾਲ ਨਹੀਂ ਜੁੜਾਂਗੇ, ਜਿਨੇ ਸਾਰੇ ਰਸ ਬਖਸ਼ੇ ਹਨ ਸਾਨੂੰ, ਜਦੋਂ ਤੱਕ ਉਹਦੇ ਨਾਲ ਨਹੀਂ ਜੁੜਾਂਗੇ, ਉਦੋਂ ਤੱਕ ਇਹ ਪਿਆਸ ਖਤਮ ਨਹੀਂ ਹੋਣੀ। ਤੇ ਜਦੋਂ ਉਹ ਪ੍ਰਾਪਤ ਹੋ ਗਿਆ, ਫਿਰ ਬਹੁੜ ਨਾ ਤ੍ਰਿਸ਼ਨਾ ਲੱਗ ਗਿਆ, ਫਿਰ ਤ੍ਰਿਸ਼ਨਾ ਨਹੀਂ ਨੇੜੇ ਆਏਗੀ, ਫਿਰ ਆਏਗੀ ਹੀ ਨਹੀਂ, ਫਿਰ ਕਿਸੇ ਹੋਰ ਚੀਜ਼ ਦੀ ਪਿਆਸ ਰਹੇਗੀ ਨਹੀਂ, ਸਭ ਖਤਮ ਹੋ ਜਾਣਗੀਆਂ। ਕਿਉਂਕਿ ਰਸਾਂ ਦਾ ਰਸ, ਉਹ ਅਕਾਲ ਪੁਰਖ ਜਿਹੜਾ ਸਾਰੇ ਰਸਾਂ ਦਾ ਦਾਤਾ ਹੈ, ਜਦੋਂ ਉਹਦੇ ਨਾਲ ਜੁੜ ਗਏ, ਰਸਾਂ ਦੇ ਸੋਮੇ ਨਾਲ ਜੁੜ ਗਏ, ਤਾਂ ਫਿਰ ਉਹਨੂੰ ਛੋਟੇ ਛੋਟੇ ਰਸਾਂ ਤੋਂ ਕੀ ਲੈਣਾ ਦੇ। ਤਾਂ ਸਤਿਗੁਰੂ ਕਹਿੰਦੇ ਹਨ, ਪਰ ਉਹਦੇ ਨਾਲ ਜੁੜੀਏ ਕਿਵੇਂ? ਸਤਿਗੁਰੂ ਜੀ ਕਹਿੰਦੇ ਹਨ, ਇਹ ਹਰ ਰਸ, ਇਹ ਜੋ ਪ੍ਰਭੂ ਪ੍ਰੇਮ ਦਾ, ਪ੍ਰਭੂ ਦੇ ਗੁਣ ਗਾਉਣ ਦਾ, ਪ੍ਰਭੂ ਪ੍ਰਾਪਤੀ ਦਾ ਜਿਹੜਾ ਰਸ ਹੈ, ਆਨੰਦ ਹੈ, ਕਰਮੀ ਪਾਈ ਹੈ, ਉਹਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਹੀ ਮਿਲਦਾ ਹੈ। ਤੇ ਜਦੋਂ ਉਹਦੀ ਮਿਹਰ ਹੁੰਦੀ ਹੈ, ਸਤਿਗੁਰ ਮਿਲਿਆ ਜਿਸ ਦਾ, ਜੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਫਿਰ ਕਰਮੀ ਵਾਲੀ ਅਵਸਥਾ ਹੈ। ਹੁਣ ਗੱਲ ਤਾਂ ਉਸ ਤੋਂ ਬਾਅਦ, ਕਰਮ ਤਾਂ ਉਹਨੇ ਕਰ ਦਿੱਤਾ ਹੈ, ਸਤਿਗੁਰੂ ਨਾਲ ਮਿਲਾ ਦਿੱਤਾ ਹੈ, ਹੁਣ ਅੱਗੋਂ ਤੇ ਆਪ ਹੀ ਸਾਨੂੰ ਸਫ਼ਰ ਤੈਅ ਕਰਨਾ ਪੈਣਾ ਹੈ। ਪਰ ਜਿਸ ਦਿਨ ਉਸ ਰਸ ਪ੍ਰਾਪਤ ਹੋ ਗਿਆ, ਸਤਿਗੁਰੂ ਕਹਿੰਦੇ ਹਨ ਕਿ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ। ਜੇ ਉਹ ਪ੍ਰਭੂ ਮਨ ਦੇ ਵਿੱਚ ਵਸ ਗਿਆ, ਤਾਂ ਫਿਰ ਬਾਕੀ ਸਾਰੇ ਰਸਾਂ ਦੀ ਜਿਹੜੀ ਪਿਆਸ ਹੈ, ਉਹ ਭੁੱਲ ਹੀ ਜਾਏਗੀ, ਵਿਸਰੇ, ਸਾਰੇ ਹੀ ਰਸ ਭੁੱਲ ਜਾਣਗੇ, ਕੋਈ ਪਿਆਸ ਨਹੀਂ ਬਾਕੀ ਰਹਿ ਜਾਏਗੀ, ਜੇ ਹਰ ਵਸੈ ਮਨ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਅੱਗੇ ਫਿਰ ਸਾਨੂੰ ਸਰੀਰ ਦੀ ਗੱਲ ਕਰਕੇ ਰੱਖੀ ਹੈ ਕਿ ਭਾਈ ਤੈਨੂੰ ਸਰੀਰ ਮਿਲਿਆ ਤਾਂ ਮਿਲਿਆ ਜੇ ਉਸ ਪ੍ਰਭੂ ਨੇ ਤੇਰੇ ਅੰਦਰ ਆਪਣੀ ਜੋਤ ਰੱਖੀ ਹੈ। ਤੈਨੂੰ ਮਾਤਾ ਪਿਤਾ ਦਿੱਤੇ ਨੇ, ਉਹ ਮਾਤਾ ਪਿਤਾ ਅਸਲ ਤਾਂ ਉਹੀ ਆਪ ਹੀ ਹੈ, ਜਿਨੇ ਸਾਨੂੰ ਸਾਡੇ ਅੰਦਰ ਜੋਤ ਰੱਖ ਕੇ ਇਹ ਜਗਤ ਸਾਡੇ ਵਾਸਤੇ ਦਿਖਾ ਦਿੱਤਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਉਸ ਪ੍ਰਭੂ ਦੇ ਨਾਲ ਜੁੜ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀਆਂ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਇਸ ਸਮਝ ਨੂੰ, ਇਸ ਮਤ ਨੂੰ ਪ੍ਰਾਪਤ ਕਰ ਲਏਗਾ ਕਿ ਭਾਈ ਜਿਵੇਂ ਮੈਂ ਇਸ ਜਗਤ ਦੇ ਵਿੱਚ ਆਇਆ ਹਾਂ, ਮੈਂ ਜਾਣਾ ਵੀ ਹੈ, ਤਾਂ ਇਹ ਜੋ ਇੱਕ ਕੌਤਕ ਸਤਿਗੁਰੂ ਜੀ ਕਹਿੰਦੇ ਹਨ ਰੱਖਿਆ ਹੈ, ਖੇਡ ਬਣਾਈ ਹੈ ਉਹਨੇ, ਇੱਕ ਤਮਾਸ਼ਾ ਬਣਾਇਆ ਹੈ, ਤਾਂ ਇਹ ਜਿਹੜਾ ਤਮਾਸ਼ਾ ਹੈ, ਫਿਰ ਉਹ ਗੁਰੂ ਦੀ ਕਿਰਪਾ ਹੋ ਗਈ ਤਾਂ ਇਹ ਤਮਾਸ਼ਾ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਫਿਰ ਜਿਹੜਾ ਤੱਤ ਵਸਤੂ ਹੈ, ਸੱਚ ਹੈ, ਸਦਾ ਥਿਰ ਪ੍ਰਭੂ ਹੈ, ਜਿਨੇ ਜਗਤ ਬਣਾਇਆ ਹੈ, ਜਿਨੇ ਤੈਨੂੰ ਇਸ ਜਗਤ ਦੇ ਵਿੱਚ ਭੇਜਿਆ ਹੈ, ਉਸ ਦੇ ਨਾਲ ਜੁੜੇਗਾ ਤੇ ਫਿਰ ਤੈਨੂੰ ਇਹ ਪ੍ਰਭੂ ਮਿਲਾਪ ਦੀ, ਆਨੰਦ ਦੀ ਪ੍ਰਾਪਤੀ ਹੋਣੀ ਹੈ। ਤਾਂ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਰਸਨਾ ਦੇ ਸਵਾਦਾਂ ਦੀ, ਸਾਡੇ ਜੀਵਨ ਦੇ ਸਵਾਦਾਂ ਦੀ ਗੱਲ ਕੀਤੀ ਹੈ, ਤੇ ਦੂਜੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਦੱਸਿਆ ਕਿ ਇਹ ਸਾਡੀ ਹੋਂਦ ਦੀ ਜਿਹੜੀ ਹੈ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹਨੇ ਆਪ ਕਿਰਪਾ ਕਰਕੇ ਸਾਨੂੰ ਇਹ ਜਗਤ ਦੇ ਵਿੱਚ ਲਿਆਂਦਾ ਹੈ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ। ਉਸ ਪ੍ਰਭੂ ਦੇ ਨਾਲ ਜੁੜ, ਪਰ ਜੁੜਨਾ ਕਿਵੇਂ ਹੈ? ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀਆਂ। ਇਹ ਸੋਝੀ ਤਾਂ ਹੀ ਪ੍ਰਾਪਤ ਹੋਣੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਵੇਗੀ, ਗੁਰੂ ਦੇ ਦੱਸੇ ਉਪਦੇਸ਼ਾਂ ਦੇ ਉੱਤੇ ਚੱਲੇਗਾ। ਤਾਂ ਸਤਿਗੁਰੂ ਜੀ ਨੇ ਇਹਨਾਂ ਦੋਵਾਂ ਪੌੜੀਆਂ ਦੇ ਵਿੱਚ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਪੈ, ਇਸ ਸ਼ਰਨ ਦੇ ਵਿੱਚ ਪਏਗਾ, ਜਦੋਂ ਸ਼ਰਨ ਦੇ ਵਿੱਚ ਪਏਗਾ
ਤਾਂ ਇਸ ਖੇਡ ਤਮਾਸ਼ੇ ਦੀ ਸਮਝ ਲੱਗਣੀ ਹੈ, ਤਾਂ ਇਹ ਰਸਾਂ ਨੂੰ ਖਤਮ ਕਿਵੇਂ ਕਰਨਾ ਹੈ, ਇਹਨਾਂ ਰਸਾਂ ਦੀ ਜਿਹੜੀ ਭੱਜ ਦੌੜ ਹੈ ਉਸ ਤੋਂ ਕਿੱਦਾਂ ਖਤਮ ਹੋਣਾ, ਖਤਮ ਕਰਕੇ ਉਸ ਰਸਾਂ ਦੇ ਮੂਲ ਦੇ ਨਾਲ, ਰਸਾਂ ਦੇ ਦਾਤੇ ਨਾਲ ਜੁੜੇਗਾ ਤੇ ਫਿਰ ਇਹ ਗੁਰੂ ਦੇ ਕੋਲੋਂ ਹੀ ਇਹ ਪ੍ਰਾਪਤੀ ਹੋਣੀ। ਸਤਿਗੁਰੂ ਮਿਲੈ ਜਿਸ ਆਏ, ਗੁਰ ਪ੍ਰਸਾਦੀ ਬੁੱਝਿਆ। तो सतगुरु जी कह रहे हैं कि उस प्रभु दे नाल जुड़, सतगुरु दे चरण पकड़, हिरदे विच वसा, ਉਹਦੇ ਉਪਦੇਸ਼ ਨੂੰ ਧਾਰਨ ਕਰ, ਜੀਵਨ ਦੇ ਵਿੱਚ ਧਾਰਨ ਕਰ, ਤੇ ਤਾਂ ਹੀ ਇਹ ਜੋ ਪ੍ਰਭੂ ਮਿਲਾਪ ਦੀ ਆਨੰਦ ਦੀ ਪ੍ਰਾਪਤੀ ਹੈ ਉਹ ਤੂੰ ਕਰ ਸਕਦਾ ਹੈ। ਇਹ ਜੋ ਜੀਵਨ ਹੈ, ਇਹ ਜੋ ਰਹਿਣ ਹੈ, ਇਹਨੂੰ ਸਫਲ ਕਰਕੇ ਤੇ ਫਿਰ ਤੂੰ ਆਪਣਾ ਉਸ ਅਕਾਲ ਪੁਰਖ ਦੇ ਅੱਗੇ ਸੁਰਖਰੂ ਹੋ ਸਕਦਾ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਪ੍ਰਭ ਕੀਰਤਨ ਸਿੰਘ ਜੀ। 9 ਪੌੜੀਆਂ ਦੀ ਸੰਖੇਪ ਵਿਚਾਰ ਅਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਪੌੜੀ ਨੰਬਰ 25 ਤੋਂ ਲੈ ਕੇ 33 ਤੱਕ ਵਿਚਾਰਾਂ ਸਰਵਣ ਕਰਾਈਆਂ ਹਨ। ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਇੱਥੋਂ ਸ਼ਬਦ ਦੀ ਵਿਚਾਰ ਆਰੰਭ ਕੀਤੀ ਸੀ। ਇਸ ਪੌੜੀ ਤੋਂ ਸ਼ਬਦ ਰਤਨ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦਾਂ ਦਾ ਸੰਗ੍ਰਹਿ ਹੈ। ਇਸ ਦਾ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਲਿਖਿਆ ਹੋਇਆ ਹਰ ਸ਼ਬਦ ਜੋ ਹੈ, ਉਹਦਾ ਹਰ ਅੱਖਰ ਜੋ ਹੈ ਉਹ ਵੀ ਰਤਨ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦਾਂ ਦਾ ਜੋੜ ਹੈ, ਸ਼ਬਦਾਂ ਦਾ ਸੰਗ੍ਰਹਿ ਹੈ, ਸ਼ਬਦ ਇਕੱਠੇ ਕੀਤੇ ਗਏ ਹਨ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਰ ਸ਼ਬਦ ਜਿਹੜਾ ਹੈ ਹੀਰਾ ਰਤਨ ਹੈ, ਜਵਾਹਰ ਹੈ, ਮਾਨਕ ਹੈ। ਇਹ ਤਾਂ ਸਾਡੇ ਵੱਡੇ ਭਾਗ ਹਨ। ਆਮ ਤੌਰ ਤੇ ਸੰਸਾਰ ਦੇ ਸਾਗਰਾਂ ਸਮੁੰਦਰਾਂ ਦੇ ਕੰਢਿਆਂ ਤੇ ਜਾਓ, ਉੱਥੇ ਕੌਡੀਆਂ ਵੇਚਣ ਵਾਲੇ, ਘੁੱਗੇ ਵੇਚਣ ਵਾਲੇ, ਸਿੱਪੀਆਂ ਵੇਚਣ ਵਾਲੇ, ਸ਼ੰਖ ਵੇਚਣ ਵਾਲੇ ਬੜੇ ਮਿਲ ਜਾਂਦੇ। ਪਰ ਦੁਨੀਆ ਦੇ ਸਾਗਰਾਂ ਦੇ ਕਿਨਾਰਿਆਂ ਤੇ ਕਿਸੇ ਨੂੰ ਰਤਨ ਵੇਚਦੇ ਨਹੀਂ ਵੇਖਿਆ। ਰਤਨ ਵੀ ਤਾਂ ਸਾਗਰ ਵਿੱਚੋਂ ਨਿਕਲਦਾ। ਹਾਂ, ਰਤਨ ਲੱਭਣ ਲਈ ਸਾਗਰ ਦੀ ਗਹਿਰਾਈ ਤੱਕ ਜਾਣਾ ਪੈਂਦਾ ਹੈ, ਡੂੰਘਾਈ ਤੱਕ ਜਾਣਾ ਪੈਂਦਾ। ਹੋ ਸਕਦਾ ਹੈ ਸਾਗਰ ਦੇ ਵਿੱਚੋਂ ਰਤਨ ਲੱਭਦਿਆਂ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਣ, ਸੰਭਵ ਹੈ। ਪਰ ਗੁਰੂ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ, ਭਲਿਆ ਗੁਰਸਿੱਖਾ, ਜਿਸ ਸਾਗਰ ਦੇ ਕੰਢੇ ਤੇ ਤੈਨੂੰ ਬੈਠਣਾ ਨਸੀਬ ਹੋਇਆ, ਇਹ ਗੁਰੂ ਸਾਗਰ ਤਾਂ ਭਰਿਆ ਹੀ ਰਤਨਾਂ ਨਾਲ ਹੈ। ਇਸ ਸਾਗਰ ਦਾ ਇੱਕ ਇੱਕ ਮੋਤੀ ਰਤਨ ਹੈ, ਇਹਦਾ ਸ਼ਬਦ ਰਤਨ ਹੈ। ਗੱਲ ਤਾਂ ਸਮਝਣ ਦੀ ਹੈ। ਗੁਰੂ ਦੇ ਸ਼ਬਦ ਦੀ ਜਿਹੜੀ ਵਡਿਆਈ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ, ਇਸ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਹੈ। ਉਹੀ ਗੱਲ ਹੈ ਸਤਿਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਇਹ ਸ਼ਬਦ ਕਿਸੇ ਦੇ ਨਿੱਜੀ ਬੋਲ ਨਹੀਂ ਹਨ। ਇਹ ਸ਼ਬਦ ਕਿਸੇ ਮੇਰੇ ਜਾਂ ਤੁਹਾਡੇ ਅੱਖਰ ਨਹੀਂ ਹਨ। ਹੂੰ ਆਪੋਂ ਬੋਲਣ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਮਾਰਗ ਦੇ ਹੁਕਮ ਦੇ ਬੋਲ ਹਨ, ਇਸੇ ਵਾਸਤੇ ਇਹ ਰਤਨ ਹਨ। ਇਹ ਐਸੀ ਕੀਮਤੀ ਚੀਜ਼ ਹੈ ਜਿਹਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ। ਉਹਦੇ ਚ ਉਦੋਂ ਭਾਈ ਮਨੀ ਸਿੰਘ ਜੀ ਲਿਖਦੇ ਵੀ ਤੁਸੀਂ ਸ਼ਬਦ ਨੂੰ ਤੇ ਗੁਰੂ ਨੂੰ ਇੱਕੋ ਰੂਪ ਕਰਕੇ ਜਾਣਨਾ, ਸ਼ਬਦ ਨੂੰ ਸਤਿਗੁਰਾਂ ਦਾ ਹਿਰਦਾ ਕਰਕੇ ਜਾਣ ਕੇ ਸਰਵਨ ਕਰਕੇ ਮੰਨ ਲੈਣਾ। ਭਾਈ ਮਨੀ ਸਿੰਘ ਜੀ ਇਹ ਗੱਲ ਲਿਖਦੇ ਨੇ। ਤਾਂ ਰਤਨ ਗੁਰੂ ਕਾ ਸ਼ਬਦ ਹੈ, ਬੂਝੇ ਬੂਝਨਹਾਰ, ਵਿਰਲਾ ਹੀ ਬੰਦਾ ਹੈ ਜਿਹੜਾ ਬੁੱਝ ਲੈਂਦਾ ਹੈ। ਇਹ ਤਾਂ ਗਿਆਨ ਦੀ ਜਿਵੇਂ ਜਿਵੇਂ ਸ਼ਬਦ ਦੇ ਇਸ ਰਤਨ ਦੀ ਸਮਝ ਆਉਂਦੀ ਜਾਂਦੀ ਹੈ, ਅੰਦਰ ਚਮਕ ਆਉਂਦੀ ਜਾਂਦੀ ਹੈ, ਅੰਦਰੋਂ ਚਮਕਣਾ ਸ਼ੁਰੂ ਹੁੰਦਾ ਹੈ। ਗਿਆਨ ਦੀਆਂ ਅੰਦਰ ਗਿਆਨ ਦੀ ਰੋਸ਼ਨੀ ਵੱਧਦੀ ਜਾਂਦੀ ਹੈ, ਤੇ ਜਿਵੇਂ ਜਿਵੇਂ ਗਿਆਨ ਦੀ ਰੋਸ਼ਨੀ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਪ੍ਰਭੂ ਦੇ ਨਾਲ ਨੇੜਤਾ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਨੇੜਤਾ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਪਰਮੇਸ਼ਰ ਨਾਲ ਅਭੇਦ ਹੋਣ ਦਾ ਢੰਗ ਸਮਝ ਆਉਂਦਾ ਜਾਂਦਾ ਹੈ। ਇਹ ਸ਼ਬਦ ਦੀ ਇੰਨੀ ਮਹਾਨਤਾ ਸਤਿਗੁਰੂ ਜੀ ਨੇ ਦੱਸੀ ਹੈ।
ਜਦੋਂ ਸ਼ਬਦ ਸੱਚਮੁੱਚ ਮਨ ਅੰਦਰ ਵਸ ਗਿਆ, ਰਚ ਗਿਆ, ਤਾਂ ਕੱਲ ਖਿਆਲ ਕਰਨਾ ਗੁਰੂ ਪ੍ਰਸੰਨ ਹੋ ਕੇ, ਤਰੁੱਠ ਕੇ ਆਪਣੇ ਇਸ ਹਿਰਦੇ ਰੂਪੀ, ਸਿੱਖ ਦੇ ਹਿਰਦੇ ਰੂਪੀ ਭਾਂਡੇ ਵਿੱਚ ਫਿਰ ਪਿਆਰ ਦੀ ਦਾਤ ਪਾ ਦੇ। ਸੱਚੀ ਬਾਤ ਇਹ ਹੈ, ਪਰ ਆਪਣੀ ਮਰਜ਼ੀ ਨਹੀਂ ਚੱਲਦੀ, ਗੁਰੂ ਤਰੁੱਠ ਕੇ ਦਾਤ ਪਾਉਂਦਾ ਹੈ। ਤੇ ਇਹੋ ਹੀ ਹੈ, ਨਾਨਕ ਸਾ ਕਰਮਾਤ ਸਹਿਬ ਤੁਠੇ ਜੇ ਮਿਲੇ। ਇਹ ਕੀ ਹੈ, ਮੰਗ ਕੇ ਲੈ ਲਿਆ, ਫਿਰ ਮੰਗਣ ਤਾਂ ਲੋੜ ਨਹੀਂ। ਇੱਥੇ ਗੁਰੂ ਨੇ ਤਰੁੱਠਣਾ ਹੈ, ਬਖਸ਼ਿਸ਼ ਦੇ ਘਰ ਚ ਆਇਆ। ਤੇ ਜਦੋਂ ਗੁਰੂ ਇਸ ਹਿਰਦੇ ਰੂਪੀ ਭਾਂਡੇ ਵਿੱਚ ਪਿਆਰ ਦੀ, ਪ੍ਰੇਮ ਦੀ ਦਾਤ ਪਾਉਂਦਾ, ਤੇ ਇਹਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੰਦਾ। ਬਸ ਇਹ ਨਜ਼ਰੀ ਨਜ਼ਰ ਨਿਹਾਲ ਹੋਣਾ ਹੀ ਤਾਂ ਜੀਵਨ ਦਾ ਅਸਲੀ ਮਕਸਦ ਹੈ, ਅਸਲੀ ਮਨੋਰਥ ਹੈ। ਗੁਰੂ ਦੇ ਸ਼ਬਦ ਨੂੰ ਪਿਆਰ ਕਰਨਾ ਹੀ ਪ੍ਰਮਾਤਮਾ ਨਾਲ ਪਿਆਰ ਕਰਨਾ ਹੈ। ਗੁਰੂ ਦੇ ਸ਼ਬਦ ਨਾਲ ਪ੍ਰੀਤ ਪਾਉਣੀ ਹੀ ਪ੍ਰਮਾਤਮਾ ਦੀ ਪ੍ਰੀਤ ਹੈ। ਜਦੋਂ ਸ਼ਬਦ ਦਾ ਅਭਿਆਸ ਅਸੀਂ ਕਰਦੇ ਹਾਂ, ਬਾਰ-ਬਾਰ ਸ਼ਬਦ ਦੇ ਅੰਦਰ ਵੜਦੇ ਹਾਂ, ਸ਼ਬਦ ਨੂੰ ਸਮਝਦੇ ਹਾਂ, ਫਿਰ ਆਤਮ ਗਿਆਨ ਹੁੰਦਾ ਹੈ। ਤੇ ਫਿਰ ਇਹ ਸਮਝ ਆ ਜਾਂਦੀ ਹੈ, ਸ਼ਬਦ ਹੀ ਪਾਰ ਬ੍ਰਹਮ ਹੈ, ਸ਼ਬਦ ਹੀ ਬ੍ਰਹਮ ਹੈ, ਕਿਉਂਕਿ ਸ਼ਬਦ ਬ੍ਰਹਮ ਦੇ ਘਰ ਵਿੱਚੋਂ ਆਇਆ ਹੋਇਆ ਹੈ। ਇਹ ਸ਼ਬਦ ਉਦੋਂ ਸਮਝ ਆਉਂਦੀ ਹੈ ਜਦੋਂ ਜੇ ਕਿਸੇ ਮਨੁੱਖ ਦੇ ਗੁਣਾਂ ਦੀ ਪਛਾਣ ਕਰਨੀ ਹੋਵੇ ਨਾ, ਵੇਖਣਾ ਹੋਵੇ ਵੀ ਇਹ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੈ, ਉਹਦੇ ਬੋਲਾਂ ਤੋਂ ਅੰਦਾਜ਼ਾ ਲੱਗਦਾ ਹੈ, ਸ਼ਬਦ ਤੋਲ ਤੋਂ ਅੰਦਾਜ਼ਾ ਲੱਗ ਸਕਦਾ, ਕਿਉਂਕਿ ਇਹੋ ਜਿਹੇ ਬੋਲ ਬੋਲਦਾ ਹੈ, ਕਿਹੋ ਜਿਹੀ ਗੱਲ ਕਰਦਾ ਹੈ। ਤੇ ਗੁਰਬਾਣੀ ਨੇ ਵੀ ਜਦੋਂ ਸਾਨੂੰ ਇਹ ਗੱਲ ਸਮਝਾਈ ਹੈ ਨਾ, ਬੋਲ ਤੋਂ ਹੀ ਪਤਾ ਲੱਗਦਾ ਹੈ, ਸ਼ਬਦੋਂ ਹੀ ਭਗਤ ਜਾਪ ਦੇ, ਜਿਨ ਕੀ ਬਾਣੀ ਸੱਚੀ ਹੋਈ, ਜਿਨ੍ਹਾਂ ਦੀ ਬਾਣੀ ਬੋਲ ਜਿਹੜੇ ਹਨ ਸੱਚੇ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਹ ਭਗਤ ਹਨ। ਹੁਣ ਭਗਤ ਦੀ ਪਰਿਭਾਸ਼ਾ ਵੀ ਗੁਰੂ ਜੀ ਨੇ ਦੇ ਦਿੱਤੀ, ਤੇ ਸ਼ਬਦ ਦੀ ਪਰਿਭਾਸ਼ਾ ਵੀ ਗੁਰੂ ਜੀ ਨੇ ਦੇ ਦਿੱਤੀ। ਇਸੇ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਨਾਲ ਜੁੜਨ ਦੀ ਬਾਰ-ਬਾਰ ਪ੍ਰੇਰਨਾ ਕੀਤੀ। ਗੁਰੂ ਕਿਰਪਾ ਕਰੇ ਅਸੀਂ ਸ਼ਬਦ ਨਾਲ ਜੁੜ ਕੇ ਸੱਚਮੁੱਚ ਆਪਣਾ ਲੋਕ ਪ੍ਰਲੋਕ ਸਿਹਲਾ ਕਰ ਲਈਏ ਜੀ। MP ਸਿੰਘ ਜੀ ਕੁਐਸਚਨ ਲੈ ਲਓ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ